ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। साहिब कमाल बारगाहे इनायत के मालक कलयुगी जीवों के उद्धारकर्ता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते महरामतमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीजुल नवाज गनीमुल खराज पातशाह गुरु गोबिंद सिंह महाराज जी दे चरण कमलों दी खाक दे नाम करना नसीब होया। सतगुरु जी दी मेहर सदका सोदर चौंकी दे कीर्तन हर कीरत हमरी रह रास आरती अरदास ते फिर सदाए खास गुरुदेव जी दे पावन हुक्मनामे आपने प्रेम सहत सरवण कीते ने। आद पूरन मद पूरन अनंत पूर्ण परमेश्वर है सिमरंत संत सर्बत्र रमणं नानक अघनासन जगदीश्वर है। वेखन सुनन सुनावनो मन में दृढ़िय साच पूर रहो सर्वत्र में नानक हर रंग राज। कुछ समा होर महिमा दे मालक छेवें गुरु नानक मेरियां पीरियां दे दाते श्री गुरु हरगोबिंद साहिब महाराज जी दियां अमृत जीवन कथड़ियां वो महान अमृतमयी गाथावां जो साडे जीवन नूं अमृतमयी बनाउण दी समर्था रखदियां हन। सरवण करिए एकाग्रता अदब ते आनंद दी दात झोली च पै सके इसलिए जितने माता भराता हाजरीन हाजरी भर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते दल पंजन गुरु सूरमा वड जोधा बहु परोपकारी जी ने मेहर भरिया हथ साडे सिर ते रखिया होया। सतगुरु जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना आपने सरवण किया कि कुतुबदीन दे नाल जंग करदियां होया सतगुरु जी दा प्यारा सिख सुभट संत सिपाही सूरमा जामे शहादत पी गया जिन्हां दा नाम भाई लखू जी करके आया पर ऐसा पुरख करोड़ां विच कोई एक अद्धा होंदा है। नानक कोटन में कोऊ नारायण जह चीत
ਅੰਦਰੋਂ ਬਾਹਰੋਂ ਗੁਰੂ ਨੂੰ ਸਮਰਪਿਤ ਭਾਈ ਲੱਖੂ ਜੀ ਸ਼ਹੀਦ ਹੋ ਗਏ। ਕੁਤਬ ਖਾਨ ਨੇ ਇੱਕ ਭਾਰਾ ਖਪਰਾ ਤੀਰ ਉਹਨਾਂ ਦੇ ਮਸਤਕ ਵਿੱਚ ਲਕਸ਼ ਬਣਾ ਕੇ ਚਲਾਇਆ, ਜਿਸ ਨਾਲ ਉਹਨਾਂ ਦੇ ਪ੍ਰਾਣ ਪੰਖੇਰੂ ਉੱਡ ਗਏ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਜਾ ਬਿਰਾਜੇ। ਇੱਥੇ ਵੀ ਗੁਰੂ ਕੋਲ ਤੇ ਅੱਗੇ ਵੀ ਗੁਰੂ ਕੋਲ। ਐਸੇ ਪੁਰਖਾਂ ਲਈ ਅਰਦਾਸ ਕਰਨ ਦੀ ਲੋੜ ਨਹੀਂ ਆਉਂਦੀ ਬਈ ਮਹਾਰਾਜ ਇਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ। ਐਸੇ ਪੁਰਖ ਜੀਵਨਦਿਆਂ ਹੀ ਗੁਰੂ ਚਰਨਾਂ ਨਾਲ ਜੁੜੇ ਹੋਏ ਹੁੰਦੇ ਨੇ ਔਰ ਗੁਰੂ ਵਿੱਚ ਅਭੇਦ ਹੁੰਦੇ ਨੇ। ਇਸ ਤਰ੍ਹਾਂ ਇਸ ਭਾਈ ਲੱਖੂ ਜੀ ਨੂੰ ਸ਼ਹੀਦ ਕਰਨ ਦਾ ਮਾਣ ਜਿਹੜਾ ਸੀ ਉਹਦੀਆਂ ਫੌਜਾਂ ਵਿੱਚ ਕੁਤਬਦੀਨ ਨੂੰ ਮਿਲਿਆ, ਕੁਤਬ ਖਾਨ ਨੂੰ, ਵੀ ਉਸ ਨੇ ਮਾਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਸੈਨਾ ਤੋਂ ਖੜੇ ਸਨ। ਕੁਝ ਸੈਨਿਕ ਸਿੱਖ ਮਹਾਰਾਜ ਜੀ ਦੇ ਘੇਰੇ ਖੜੇ ਸਨ, ਮਾਨੋ ਉਹਨਾਂ ਨੇ ਇੱਕ ਮਾਨਵ ਸ਼੍ਰੰਖਲਾ ਦਾ ਇੱਕ ਛੋਟਾ ਜਿਹਾ ਕਿਲਾ ਬਣਾਇਆ ਹੋਵੇ, ਭਾਵ ਦੁਸ਼ਮਣ ਨੂੰ ਅੱਗੇ ਨਹੀਂ ਆਉਣ ਦੇਣਾ। ਪੈਂਦੇ ਖਾਨ ਨੂੰ ਕਾਲੇ ਖਾਨ ਨੇ ਕਿਹਾ ਵੀ ਹੁਣ ਬੜਾ ਵਧੀਆ ਸਮਾਂ ਹੈ, ਜਾ ਕੇ ਗੁਰੂ ਸਾਹਿਬ ਨੂੰ ਪਕੜ ਕੇ ਲਿਆ ਤੇ ਦਿੱਲੀ ਲੈ ਚਲੀਏ ਤੇ ਜਾ ਕੇ ਬਾਦਸ਼ਾਹ ਕੋਲੋਂ ਇਨਾਮ ਅਕਰਾਮ ਹਾਸਲ ਕਰੀਏ। ਪੈਂਦੇ ਖਾਨ ਕਹਿਣ ਲੱਗਾ ਇਹ ਕੋਈ ਗੱਲ ਹੀ ਨਹੀਂ ਹੈ, ਮੈਂ ਬੜੀ ਵਾਰੀ ਅਖਾੜੇ ਵਿੱਚ ਇਹਨਾਂ ਨਾਲ ਕੁਸ਼ਤੀ ਲੜੀ ਹੈ, ਇਹਨਾਂ ਵਿੱਚ ਕਿਤਨੀ ਤਾਕਤ ਹੈ ਇਸ ਗੱਲ ਦਾ ਮੈਨੂੰ ਪਤਾ ਹੈਗਾ, ਮੈਂ ਜਾਣਦਾ ਜੇ ਮੈਂ ਜੱਫਾ ਮਾਰ ਲਿਆ ਤੇ ਛੁੱਟ ਨਹੀਂ ਸਕਣਗੇ। ਇਸ ਤਰ੍ਹਾਂ ਮੇਰੇ ਬਲ ਦੇ ਸਾਹਮਣੇ ਕੋਈ ਟਿਕ ਨਹੀਂ ਸਕਿਆ। ਤੇ ਦੂਜੀ ਗੱਲ ਹੈ, ਅੱਜ ਗੁਰੂ ਦੇ ਮਨ ਤੇ ਬੜੀ ਚੋਟ ਪਹੁੰਚੇਗੀ, ਕਿਉਂਕਿ ਮੈਂ ਉਹਨਾਂ ਵੱਲੋਂ ਦਿੱਤੇ ਹੋਏ ਘੋੜੇ ਤੇ ਹੀ ਚੜ੍ਹ ਕੇ ਉਹਨਾਂ ਤੇ ਹਮਲਾ ਕਰਾਂਗਾ, ਉਹਨਾਂ ਵੱਲੋਂ ਖਾਧੀ ਹੋਈ ਖੁਰਾਕ ਨਾਲ ਪ੍ਰਾਪਤ ਹੋਏ ਬਲ ਕਰਕੇ ਮੈਂ ਉਹਨਾਂ ਨੂੰ ਪਕੜ ਲਵਾਂਗਾ। ਮੈਂ ਉਹਨਾਂ ਦੇ ਕੋਲ ਹੀ ਪਲਿਆ ਹਾਂ ਤੇ ਹਰ ਭੇਦ ਜਾਣਦਾ ਹਾਂ, ਇਸ ਲਈ ਤੁਸੀਂ ਜ਼ਰਾ ਫਿਕਰ ਨਾ ਕਰੋ, ਮੈਂ ਹੁਣੇ ਗਿਆ ਤੇ ਹੁਣੇ ਫੜ ਕੇ ਲੈ ਆਇਆ। ਪਰ ਇਤਨਾ ਖਿਆਲ ਰੱਖਣਾ ਕੋਈ ਸੂਰਮੇ ਤਿਆਰ ਬਰ ਤਿਆਰ ਰਹਿਣ, ਐਸਾ ਨਾ ਹੋਵੇ ਕਿ ਮੈਂ ਗੁਰੂ ਸਾਹਿਬ ਜੀ ਨੂੰ ਪਕੜਾਂ ਤੇ ਉਹਨਾਂ ਦੇ ਸਿੱਖ ਸੈਨਿਕ ਆ ਕੇ ਛੁਡਾ ਲੈਣ, ਇਸ ਤਰ੍ਹਾਂ ਨਾ ਹੋ ਜਾਏ। ਤੁਸੀਂ ਆਪਣੇ ਸਿਆਨਕ ਤਿਆਰ ਰੱਖਣੇ। ਇਹਨਾਂ ਨੇ ਆਪਣੇ ਸੈਨਿਕ ਤਿਆਰ ਰੱਖੇ, ਟੁਕੜੀਆਂ ਤਿਆਰ ਰੱਖੀਆਂ, ਆਖਿਆ ਅੱਜ ਜੰਗ ਹੋਵੇਗਾ ਤੇ ਜੰਗ ਖਤਮ ਹੋ ਜਾਏਗਾ। ਗਹੋਂ ਸ੍ਰੀ ਗੁਰ ਮੈਂ ਬਚੇ ਨਾਹੀਂ ਭ੍ਰਮੈ, ਬਚੇ ਨਾਹੀਂ ਭੂਮੈ, ਧਰਤੀ ਤੋਂ ਉਹਨਾਂ ਦਾ ਖਤਮ ਕਰ ਦੇਵਾਂਗਾ। ਕਰੋ ਬਾਤ ਪੂਰੀ ਚਲੋ ਲੈ ਹਜ਼ੂਰੀ, ਮੈਂ ਆਪਣੀ ਆਖੀ ਹੋਈ ਗੱਲ ਪੂਰੀ ਕਰਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਬਾਦਸ਼ਾਹ ਸਲਾਮਤ ਦੇ ਹਜ਼ੂਰ ਪੇਸ਼ ਕਰਾਂਗਾ। ਇਸ ਤਰ੍ਹਾਂ ਇਹ ਹੰਕਾਰ ਨਾਲ ਭਰਿਆ ਹੋਇਆ ਹੈ। ਖਰੇ ਗੁਰੂ ਏਕਲ ਪਿਖੇ ਚਿੱਤ ਕੀ ਚੌਂਪ ਵਢਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਦ੍ਰਿਸ਼ ਨੂੰ ਆਪਣੀ ਕਲਮ ਨਾਲ ਅੰਕਿਤ ਕੀਤਾ ਹੈ। ਜਦੋਂ ਮਹਾਰਾਜ ਜੀ ਨੂੰ ਇਸ ਨੇ ਇੱਕ ਪਾਸੇ ਖੜੇ ਹੋਏ ਦੇਖਿਆ ਤੇ ਮਾਨੋ ਇਹਦੇ ਮਨ 'ਚ ਚਾਹ ਚੜ੍ਹ ਗਿਆ ਬਈ ਹੁਣੇ ਹੀ ਜਾ ਕੇ ਇਕੱਲੇ ਹੀ ਨੇ ਫੜ ਲੈਣਾ ਹੈ। ਖਰੇ ਗੁਰੂ ਏਕਲ ਪਿਖੇ ਚਿੱਤ ਕੀ ਚੌਂਪ ਬਧਾਏ, ਪੈਂਦ ਖਾਨ ਹੈ ਚਪਲ ਕੋ ਪ੍ਰੇਰਿਓ ਚਲਿਓ ਫੰਦਾਏ। ਇਸ ਘੋੜੇ ਦਾ ਨਾਮ ਜਿਸ ਤੇ ਪੈਂਦੇ ਖਾਨ ਸਵਾਰ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਬੇਲੇ ਦਾ ਘੋੜਾ ਸੀ। ਮਹਾਰਾਜ ਨੇ ਇਹ ਘੋੜਾ ਵੀ ਇਹਨੂੰ ਦਿੱਤਾ ਹੋਇਆ ਸੀ ਵੀ ਤੂੰ ਇਸ ਘੋੜੇ ਤੇ ਸਵਾਰੀ ਕਰਿਆ ਕਰ। ਸ਼ਸਤਰ ਵੀ ਮਹਾਰਾਜ ਦਿੰਦੇ ਰਹੇ,
ਸਿੱਖਿਆ ਵੀ ਮਹਾਰਾਜ ਦਿੰਦੇ ਰਹੇ, ਔਰ ਸਾਰਾ ਭੋਜਨ ਬਾਦਾਮ ਤੇ ਹੋਰ ਵਸਤੂਆਂ ਵੀ ਇਹਨੂੰ ਛਕਣ ਲਈ ਦਿੰਦੇ ਰਹੇ, ਆਪਣੇ ਬਸਤਰ ਵੀ ਪਹਿਰਨ ਵਾਸਤੇ ਦਿੰਦੇ ਰਹੇ। ਹੌਲੀ ਹੌਲੀ ਬੋਲੋ ਬਈ, ਕੀ ਹੋ ਗਿਆ? ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਵੀ, ਜਿਸ ਦਾ ਨਾਮ ਵਰੋਲਾ ਸੀ, ਜੋ ਵਾਹ ਵਰੋਲੇ ਵਾਂਗੂ ਤੇਜ਼ ਗਤੀ ਨਾਲ ਚੱਲਦਾ ਸੀ, ਅਜੇ ਉਸੇ ਹੀ ਘੋੜੇ ਤੇ ਸਵਾਰ ਹੈ। ਮਹਾਰਾਜ ਜੀ ਵੱਲ ਨੂੰ ਤੇਜ਼ ਦੌੜਾ ਕੇ, ਬੜਾ ਚੰਚਲ ਚਪਲ ਇਹ ਘੋੜਾ, ਤੇ ਛਲਾਂਗਾ ਮਰਵਾਉਂਦਾ ਹੋਇਆ ਘੋੜੇ ਨੂੰ ਪ੍ਰਿਥਿਆ ਵਿਧੀ ਆਪਣਾ ਪੈਂਦੇ ਖਾਨ, ਜਿੱਥੇ ਵਿਧੀ ਚੰਦ ਜੀ ਦੇ ਨਾਲ, ਬਹਾਦਰ ਵਿਧੀ ਚੰਦ ਜੀ ਦੇ ਨਾਲ ਕੁਝ ਸੂਰਮੇ ਨੇ। ਮਹਾਰਾਜ ਇੱਕ ਪਾਸੇ ਖੜੇ ਹੋਏ ਹਨ। ਇਹ ਵਿਚਾਰ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਸਾਵਲ ਛੰਦ ਭਿਖੈ ਸੈਨ ਦੋ ਲਖੈ ਜੰਗ ਹੋ। ਦੋਹਾਂ ਪਾਸਿਆਂ ਦੀ ਸੈਨਾ ਦ੍ਰਿੜਤਾ ਨਾਲ ਮਹਿਸੂਸ ਕਰ ਰਹੀ ਹੈ, ਦੇਖ ਕੇ ਕਿ ਅੱਜ ਭਾਰੀ ਜੰਗ ਹੋਣ ਵਾਲਾ ਹੈ। ਅੱਜ ਆਰ ਪਾਰ ਦਾ ਜੰਗ ਹੋਣ ਵਾਲਾ ਹੈ। ਦੋਹਾਂ ਸੈਨਾ ਦੇ ਤਕੜੇ ਸੂਰਮੇ, ਤਕੜੇ ਬਲੀ ਯੋਧੇ, ਬਲਵਾਨ, ਜੋ ਅਣਗਿਣਤ ਸੈਨਾਵਾਂ ਨਾਲ ਯੁੱਧ ਕਰ ਸਕਦੇ ਨੇ, ਯੁੱਧ ਕਲਾ ਕੌਸ਼ਲ ਦੇ ਮਹਾਨ ਗਿਆਤਾ ਨੇ। ਕਿਉਂਕਿ ਅਨੁਮਾਨ ਲੱਗ ਜਾਂਦਾ ਹੈ ਬਈ ਇਹ ਹੋਵੇਗਾ, ਹਰ ਗੱਲ ਵਿੱਚ ਅਨੁਮਾਨ ਲੱਗ ਜਾਂਦਾ। ਕਿਸਾਨ ਖੇਤੀ ਬੀਜਣ ਲੱਗਿਆਂ ਵੀ ਅਨੁਮਾਨ ਲਾ ਲੈਂਦਾ ਬਈ ਐਨੇ ਦੇਰ 'ਚ ਕਿੱਲਾ ਬੀਜਿਆ ਜਾਏਗਾ, ਐਨੀ ਦੇਰ 'ਚ ਵਾਢੀ ਕਰ ਲਵਾਂਗੇ। ਇਹ ਵੀ ਉਹਨੂੰ ਪਤਾ ਚੱਲ ਜਾਂਦਾ ਵੀ ਸਵੇਰੇ ਤੋਂ ਸ਼ਾਮਾਂ ਤੱਕ ਐਨਾ ਫਸਲ ਦੀ ਵਾਢੀ ਹੋ ਜਾਏਗੀ। ਆਪਣੇ ਆਪਣੀ ਲਾਈਨ ਦਾ ਅਨੁਮਾਨ ਲੱਗ ਜਾਂਦਾ ਹੈ। ਇਹ ਦੁਕਾਨਦਾਰ ਨੇ ਨਾ, ਇੰਨੇ ਅਨੁਭਵੀ ਹੁੰਦੇ ਨੇ, ਇਹ ਗਾਹਕ ਨੂੰ ਦੁਕਾਨ ਤੇ ਵੜਦਿਆਂ ਹੀ ਸਮਝ ਜਾਂਦੇ ਨੇ ਵੀ ਇਹਨੇ ਸੌਦਾ ਲੈਣਾ ਕਿ ਨਹੀਂ ਲੈਣਾ, ਗੱਲਾਂ ਕਰਕੇ ਤੁਰ ਜਾਣਾ ਕਿ ਕੋਈ ਵਟਕ ਕਰਾ ਕੇ ਜਾਏਗਾ। ਹਰ ਗੱਲ ਦਾ ਆਪਣੀ ਆਪਣੇ ਖੇਤਰ ਦਾ, ਆਪਣੀ ਆਪਣੀ ਲਾਈਨ ਦਾ ਅਨੁਮਾਨ ਲੱਗ ਜਾਂਦਾ ਹੈ। ਯੋਧੇ ਸੂਰਮੇ ਬਹਾਦਰ ਬਲੀ ਅਨੁਮਾਨ ਲਾ ਰਹੇ ਨੇ ਵੀ ਅੱਜ ਯੁੱਧ ਆਰ ਪਾਰ ਦਾ ਹੋਣਾ ਹੈ, ਭਿਆਨਕ ਯੁੱਧ ਅੱਜ ਹੋਵੇਗਾ। ਭਿਖੈ ਸੈਨ ਦੋ ਲਖੈ ਜੰਗ ਹੋਊ। ਔਰ ਉਹਨਾਂ ਨੂੰ ਲੱਗ ਰਿਹਾ ਵੀ ਅੱਜ ਵੱਡਾ ਜੰਗ ਲੜਿਆ ਜਾਵੇਗਾ। ਲਗੈ ਡੰਕ ਕਾਉ ਸੋ ਬਾਜੈ ਜੁਝਾਉ। ਬਹੁਤ ਮਾਰੂ ਵਾਜੇ ਵੱਜ ਰਹੇ ਹਨ, ਨਗਾਰੇ ਆਦਿਕ ਮਾਰੂ ਰਾਗ ਵੱਜ ਰਿਹਾ ਹੈ। ਵਰੋਲਾ ਤੋ ਰੰਗੰ ਬੜੇ ਬੇਗ ਸੰਗੰ। ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਕੋਈ ਲੱਖ ਰੁਪਏ ਦਾ ਘੋੜਾ ਸੀ, ਜਿਹਦਾ ਨਾਮ ਵਰੋਲਾ ਰੱਖਿਆ ਸੀ ਮਹਾਰਾਜ। ਉਹ ਇਸ ਨੂੰ ਉਂਝ ਹੀ ਦਿੱਤਾ ਹੋਇਆ ਸੀ ਵੀ ਤੂੰ ਇਹ ਘੋੜਾ ਰੱਖ ਤੇ ਇਸ ਤੇ ਆਇਆ ਕਰ। ਪਰ ਇੰਨਾ ਅਕਿਰਤ ਘਣ ਗੁਰੂ ਦੇ ਬਖਸ਼ੇ ਹੋਏ ਘੋੜੇ ਤੇ ਚੜ੍ਹ ਕੇ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਜਾਂ ਪਕੜ ਕੇ ਕੈਦੀ ਬਣਾ ਕੇ ਲੈ ਜਾਣ ਵਾਸਤੇ ਹਮਲਾਵਰ ਹੋਇਆ। ਇਸੇ ਨੂੰ ਕਹਿੰਦੇ ਨੇ ਮੱਤ ਮਾਰੀ ਗਈ, ਮੱਤ ਤੇ ਪੜਦਾ ਪੈ ਗਿਆ। ਸਾਡੇ ਪਿੰਡਾਂ ਦੀ ਕਹਾਵਤ ਹੈ ਵੀ ਰੱਬ ਨਾ ਡਾਂਗੀ ਮਾਰਦਾ, ਵੱਤ ਅਵੱਲੀ ਦੇ। ਜਿਸ ਨੂੰ ਕਰਤਾ ਆਪ ਖੁਆਏ ਖੁਸ ਲਏ ਚੰਗਿਆਈ। ਚੰਗਿਆਈਆਂ, ਚੰਗੀ ਵਿਚਾਰ, ਚੰਗੀ ਮੱਤ, ਚੰਗੀ ਸੰਗਤ ਉਹਦੇ ਕੋਲੋਂ ਖੋਹ ਲੈਂਦਾ। ਪਰਮਾਤਮਾ ਜਿਹਨੂੰ ਆਪ ਹੀ ਖੁਆਰ ਕਰਦਾ ਹੈ, ਇਸ ਨੂੰ ਖੁਦਾ ਨੇ ਹੀ ਖੁਆਰ ਕੀਤਾ ਹੈ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੋ ਇਹਦੇ ਪਾਲਣਹਾਰ ਨੇ, ਇਹਦੇ ਨਿਵਾਜਿਸ਼ ਕਰਨ ਵਾਲੇ ਨੇ, ਇਹਨੂੰ ਬਖਸ਼ਿਸ਼ਾਂ ਦੇਣ ਵਾਲੇ ਨੇ, ਉਹਨਾਂ ਤੇ ਹੀ ਹਮਲਾਵਰ ਹੋ ਕੇ ਤੇ ਵੱਡੇ ਬੇਗ ਨਾਲ
ਤੇਜ਼ੀ ਨਾਲ ਘੋੜਾ ਦੌੜਾ ਕੇ। ਹੋਤੋ ਕੋਟ ਛੋਟਾ ਪਟੰਕੀ ਨੋਟਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘੇਰੇ ਘੇਰੇ ਕੁਝ ਸੂਰਮੇ ਸਿੱਖ ਖੜੇ ਨੇ। ਮਾਨੋ ਇੱਕ ਛੋਟਾ ਜਿਹਾ ਮਾਨਵ ਦੀਵਾਰ ਬਣੀ ਹੋਈ ਹੈ, ਮਨੁੱਖੀ ਕਿਲਾ ਬਣਿਆ ਹੋਇਆ ਹੈ। ਤਹਾਂ ਵਿੱਚ ਠਾਂਡੇ ਗੁਰੂ ਕੋ ਪਗਾਢੇ। ਉੱਤੇ ਇਸਨੇ ਗੁਰੂ ਸਾਹਿਬ ਜੀ ਨੂੰ ਖੜੇ ਦੇਖਿਆ ਤੇ ਬੜਾ ਕ੍ਰੋਧ ਨਾਲ ਭਰ ਗਿਆ। ਮਹਾਰਾਜ ਵੀ ਵੀਰ ਰਸ ਵਿੱਚ ਹਨ। ਵਿਖੇ ਪੈਂਦੇ ਖਾਨਾ ਕੁਦਾਇਓ ਕੀ ਕਾਨਾ। ਤੇ ਪੈਂਦੇ ਖਾਨ ਨੇ ਜਦ ਗੁਰੂ ਸਾਹਿਬ ਜੀ ਨੂੰ ਉੱਥੇ ਖੜੇ ਦੇਖਿਆ ਤੇ ਫਿਰ ਘੋੜੇ ਨੂੰ ਅੱਡੀ ਲਾਈ ਤੇ ਛਲਾਂਗਾ ਮਰਵਾਉਂਦਾ ਹੋਇਆ। ਪਰਿਓ ਪਾਰ ਜਾਏ ਨਹੀਂ ਪੈਰ ਛੁਆਏ। ਇਹ ਵਰੋਲਾ ਨਾਮ ਦਾ ਘੋੜਾ ਇੰਜ ਦੌੜਿਆ ਮਾਨੋ ਪੈਰ ਜ਼ਮੀਨ ਤੇ ਲੱਗੇ ਹੀ ਨਾ ਹੋਣ, ਉੱਡਦਾ ਹੋਇਆ ਜਿਵੇਂ ਕੋਈ ਵਿਮਾਨ ਜਾਂਦਾ ਹੈ। ਇਸ ਤਰ੍ਹਾਂ ਇਸਨੇ ਪੈਰਾਂ ਦੇ ਨਾਖੂਨਾਂ ਤੇ ਹੀ ਬਲ ਲਗਾ ਕੇ ਪੂਰੇ ਪੈਰ ਜ਼ਮੀਨ ਤੇ ਨਹੀਂ ਲੱਗੇ, ਇੱਕਦਮ ਮਹਾਰਾਜ ਜੀ ਦੇ ਕੋਲ ਜਾ ਨਿਕਲਿਆ। ਦੇਖਣ ਤੇ ਹੀਰਾ ਨਾ ਬੜੋ ਓਜ ਠਾਨਾ। ਦੇਖਣ ਵਾਲੇ ਸਾਰੇ ਬੜੇ ਹੈਰਾਨ ਨੇ ਵੀ ਬੜਾ ਬਲਵਾਨ ਘੋੜਾ ਹੈ ਮਹਾਰਾਜ ਨੇ ਜੋ ਪੈਂਦੇ ਖਾਨ ਨੂੰ ਬਖਸ਼ਿਆ ਹੋਇਆ ਹੈ। ਭਇਓ ਲੱਖ ਮੋਲਾ ਸੋਨਾ ਮੰਬਰੋਲਾ। ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਨੇ 1 ਲੱਖ ਰੁਪਇਆ ਇਸ ਘੋੜੇ ਦਾ ਮੁੱਲ ਸੀ। ਅੱਜ ਦੇ ਹਿਸਾਬ ਨਾਲ ਤੇ ਕਈ ਕਰੋੜ ਬਣ ਜਾਏਗਾ, ਸ਼ਾਇਦ ਅਰਬਾਂ ਤੱਕ ਪਹੁੰਚ ਜਾਏ। ਇੱਕ ਇਹ ਵੀ ਕਾਰਨ ਸੀ ਜਿਹੜੀਆਂ ਹਕੂਮਤਾਂ ਮਹਾਰਾਜ ਜੀ ਦੇ ਘਰ ਤੋਂ ਜੈਲਸ ਕਰਦੀਆਂ ਸਨ, ਈਰਖਾ ਰੱਖਦੀਆਂ ਸਨ। ਰਿਆਸਤਾਂ ਦੇ ਰਾਜੇ ਈਰਖਾ ਰੱਖਦੇ ਸਨ। ਉਹਦਾ ਇੱਕ ਕਾਰਨ ਇਹ ਵੀ ਸੀ ਵੀ ਮਹਾਰਾਜ ਜੀ ਵਰਗਾ ਕੀਮਤੀ ਸਾਜੋ ਸਮਾਨ ਉਹਨਾਂ ਕੋਲ ਵੀ ਨਹੀਂ ਹੈਗਾ, ਖਰੀਦ ਹੀ ਨਹੀਂ ਸਕਦੇ ਸਨ। ਜਦ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ 5 ਕਲਾ ਸ਼ਸਤਰ ਦੇਖਿਆ, ਪ੍ਰਸਾਦੀ ਹਾਥੀ ਦੇਖਿਆ ਤੇ ਲੱਖਾਂ ਹੀ ਰੁਪਇਆਂ ਦੇ ਸਾਮਿਆਨੇ ਦੇਖੇ ਤੇ ਦੇਖ ਕੇ ਅੱਖਾਂ ਅੱਡੀਆਂ ਹੀ ਰਹਿ ਗਈਆਂ। ਆਖਣ ਲੱਗਾ ਇਹ ਤਾਂ ਸਾਡੇ ਕੋਲ ਹੋਣਾ ਚਾਹੀਦਾ, ਸਾਡੇ ਕੋਲ ਤਾਂ ਇਹੋ ਜਿਹਾ ਹੈ ਹੀ ਕੱਖ ਨਹੀਂ। ਤੇ ਮਹਾਰਾਜ ਕੋਲੋਂ ਚੀਜ਼ਾਂ ਮੰਗ ਲਈਆਂ ਵੀ ਸਾਡੇ ਘਰ ਕੋਈ ਫੰਕਸ਼ਨ ਹੈਗਾ, ਇਹ ਸਾਨੂੰ ਦੇਵੋ, ਅਸੀਂ ਵਰਤਣੀਆਂ। ਤੇ ਪੰਮੇ ਵਕੀਲ ਨੇ ਜਿਹੜਾ ਉਹਨਾਂ ਦਾ ਵਜ਼ੀਰ ਸੀ, ਉਹਨੇ ਕਿਹਾ ਵੀ ਇੱਕ ਵਾਰੀ ਲੈ ਲਓ, ਮੁੜ ਕੇ ਦੇਣ ਦੀ ਕੀ ਲੋੜ। ਤੇ ਮਹਾਰਾਜ ਅੰਤਰਯਾਮੀ ਆਖਣ ਲੱਗੇ ਗੱਲ ਇਹ ਹੈ ਕਿ ਇਹ ਚੀਜ਼ਾਂ ਸੰਗਤਾਂ ਵੱਲੋਂ ਆਈਆਂ ਹੋਈਆਂ, ਧਿਆਨ ਨਾਲ ਸੁਣਨਾ। ਇਹ ਬੇਸ਼ਕੀਮਤੀ ਸਾਮਿਆਨੇ, ਚੰਦੋਏ, 5 ਕਲਾ ਸ਼ਸਤਰ, ਪ੍ਰਸਾਦੀ ਹਾਥੀ ਤੇ ਬੇਇੰਤਹਾ ਕੀਮਤੀ ਘੋੜੇ, ਬੇਸ਼ਕੀਮਤੀ ਸ਼ਸਤਰ, ਇਹ ਸੰਗਤ ਵੱਲੋਂ ਭੇਟਾ ਹੋਏ ਨੇ ਤੇ ਸਿਰਫ ਸਾਡੇ ਵਰਤਣ ਵਾਸਤੇ ਨੇ, ਇਹ ਰਾਜਿਆਂ ਮਹਾਰਾਜਿਆਂ ਨੂੰ ਦੇਣ ਵਾਸਤੇ ਨਹੀਂ ਹੈਗੇ। ਨਾ ਕਰ ਦਿੱਤੀ ਮਹਾਰਾਜ। ਮੈਂ ਅਰਜ਼ ਕਰਾਂ ਇਹ ਮਹਾਰਾਜ ਜੀ ਦੇ ਘਰ ਦੀ ਸ਼ਾਨ ਹੀ ਐਸੀ ਸੀ। ਅੱਜ ਵੀ ਤੁਸੀਂ ਦੇਖੋ ਇਹ ਸੋਨਾ ਜੜਤ ਇਮਾਰਤਾਂ ਦੇਖ ਕੇ ਕਈਆਂ ਨੂੰ ਈਰਖਾ ਹੁੰਦੀ ਵੀ ਸਾਡੇ ਕਿਉਂ ਨਹੀਂ। ਤੁਹਾਡੇ ਇਸ ਕਰਕੇ ਨਹੀਂ ਵੀ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੀ ਹੈ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਹੋਣਗੇ, ਦਾਖਿਓ ਆਪ ਅਕਾਲ ਨੇ, ਲਿਖਿਓ ਦਾਸ ਗੋਬਿੰਦ, ਨਵ ਨਿਧੀ 18 ਸਿੱਧੀ, ਖੜੀ ਰਹੇ ਤਿਸ ਦੁਆਰ, ਜਹਾਂ ਰਹੇ ਸ੍ਰੀ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿੱਥੇ ਹੋਵੇਗਾ ਉੱਥੇ 9 ਨਿਧੀਆਂ ਤੇ 18 ਸਿੱਧੀਆਂ ਹੱਥ ਜੋੜ ਕੇ ਖੜੀਆਂ ਰਹਿਣਗੀਆਂ। ਸੋਨਾ ਚਾਂਦੀ ਬਰਸਦਾ ਰਹੇਗਾ, ਹੀਰੇ ਜਵਾਹਰਾਤ ਬਰਸਦੇ ਰਹਿਣਗੇ। ਮੈਂ ਅਰਜ਼ ਕਰਾਂ ਗੁਰੂ ਦੀ ਵਡਿਆਈ ਹੈਗੀ ਹੈ। 9 ਨਿਧੀ 18 ਸਿੱਧੀ, ਖੜੀ ਰਹੇ ਤਿਸ ਦੁਆਰ, ਜਹਾਂ ਰਹੇ ਸ੍ਰੀ ਗ੍ਰੰਥ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਿਆ ਰਹੇਗਾ, ਸਿੱਖੀ ਨੂੰ ਧਾਰਨ ਕੀਤੀ ਰੱਖੇਗਾ, ਉਹਦੇ ਘਰ ਵੀ 9 ਨਿਧੀਆਂ ਤੇ 18 ਸਿੱਧੀਆਂ ਬਰਸਦੀਆਂ ਰਹਿਣਗੀਆਂ। ਉਹ ਕਿਸੇ ਨੂੰ ਦਾਨ ਕਰੇਗਾ, ਦਾਨੀ ਤੇ ਹੋਵੇਗਾ, ਪਰ ਉਸ ਨੂੰ ਗੁਰੂ ਮਿਹਰ ਸਦਕਾ
ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣਾ ਪਏਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਕਤ ਹੈ। ਹੁਣ ਦੁਨੀਆ ਈਰਖਾ ਕਰੇ ਤੇ ਪਈ ਕਰੇ, ਹੁਣ ਕੀ ਕੀਤਾ ਜਾ ਸਕਦਾ? ਕਿਸੇ ਨੂੰ ਈਰਖਾ ਕਰਨ ਤੋਂ ਤੇ ਨਹੀਂ ਨਾ ਰੋਕਿਆ ਜਾ ਸਕਦਾ, ਚਲੋ ਕਿਸੇ ਨੂੰ ਬੋਲਣ ਤੋਂ ਵੀ ਰੋਕਿਆ ਜਾ ਸਕਦਾ। ਮਹਾਰਾਜ ਜੀ ਦੇ ਘਰ ਵਿੱਚ 1.25 ਲੱਖ ਦੇ ਲੱਖ ਦੇ ਘੋੜੇ ਉਹਨਾਂ ਦਿਨਾਂ 'ਚ, ਜਿਨ੍ਹਾਂ ਦਾ ਮੁੱਲ ਅੱਜ ਦੇ ਕਰੰਸੀ ਮੁਤਾਬਕ ਅਰਬਾਂ ਵਿੱਚ ਹੋ ਜਾਂਦਾ, ਤੇ ਮਹਾਰਾਜ ਨੇ ਇਹਨੂੰ ਵੈਸੇ ਹੀ ਦੇ ਦਿੱਤਾ ਵੀ ਇਸ ਤੇ ਚੜ੍ਹਿਆ ਕਰ। ਬਾਦਸ਼ਾਹ ਕੋਲ ਵੀ ਇਹੋ ਜਿਹੇ ਘੋੜੇ ਨਹੀਂ ਸਨ ਜਿਹੋ ਜਿਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸਨ। ਇਹੋ ਜਿਹੇ ਸੈਨਿਕ ਨਹੀਂ ਸਨ ਬਾਦਸ਼ਾਹ ਕੋਲ, ਇਹੋ ਜਿਹੇ ਸ਼ਸਤਰ ਨਹੀਂ ਸਨ ਬਾਦਸ਼ਾਹ ਕੋਲ ਜਿਹੋ ਜਿਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸਨ। ਪਇਓ ਲਾਖ ਮੋਲਾ ਸੋ ਨਾਮੰ ਵਰੋਲਾ, ਜਿਵੇਂ ਉਹ ਵਰਲਵਿੰਡ ਹੁੰਦੀ ਹੈ ਨਾ, ਅੰਗਰੇਜ਼ੀ 'ਚ ਵਰਲਵਿੰਡ ਕਹਿੰਦੇ ਨੇ, ਜਿਹੜਾ ਉਹ ਵਾਵਰੋਲਾ ਹੁੰਦਾ, ਘੁੰਮਦਾ ਰਹਿੰਦਾ ਤੇ ਕਈਆਂ ਨੂੰ ਉਠਾ ਕੇ ਵੀ ਲੈ ਜਾਂਦਾ। ਹਵਾ ਦੇ ਵੇਗ ਵਿੱਚ ਕਈ ਚੀਜ਼ਾਂ ਉਹਦੇ ਵਿੱਚ ਉੱਠ ਵੀ ਜਾਂਦੀਆਂ ਨੇ, ਤੇ ਲੋਕੀ ਕਹਿੰਦੇ ਨੇ ਇਹਦੇ 'ਚ ਭੂਤ ਪ੍ਰੇਤ ਹੁੰਦੇ। ਭੂਤ ਪ੍ਰੇਤ ਕੋਈ ਨਹੀਂ ਹੁੰਦਾ, ਉਹ ਏਅਰ ਪ੍ਰੈਸ਼ਰ ਬਣ ਜਾਂਦਾ ਤੇ ਏਅਰ ਬੱਬਲ ਦੇ ਵਿੱਚ ਕਈ ਚੀਜ਼ਾਂ ਨਾਲ ਉੱਡ ਜਾਂਦੀਆਂ। ਇਸ ਢੰਗ ਦੇ ਨਾਲ ਉਹਦਾ ਨਾਮ ਮਹਾਰਾਜ ਨੇ ਵਰਲਵਿੰਡ ਵਿਰੋਲਾ ਰੱਖਿਆ ਹੋਇਆ ਸੀ। ਚਲਾਕੀ ਦਿਖਾਏ ਗੁਰੂ ਤੀਰ ਜਾਈ, ਬੜੀ ਤੇਜ਼ੀ ਨਾਲ ਉਸ ਘੋੜੇ ਨੇ ਚਲਾਕੀ ਨਾਲ ਪੈਰ ਪੁੱਟੇ ਤੇ ਝਟਪਟ ਪੈਂਦੇ ਖਾਨ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ। ਮੈਨੂੰ ਲੱਗਦਾ ਹੈ ਬਈ ਇਹ ਘੋੜਾ ਵੀ ਸਿਆਣਾ ਹੈ, ਲੱਗਦਾ ਹੈ ਮਹਾਰਾਜ ਨੂੰ ਆਪ ਵੀ ਨਮਸਕਾਰ ਕਰਨਾ ਚਾਹੁੰਦਾ ਹੈ ਵੀ ਸੱਚੇ ਪਾਤਸ਼ਾਹ ਹੈ ਤਾਂ ਮੈਂ ਤੇਰਾ, ਪਰ ਤੁਸੀਂ ਇਸ ਪਾਪੀ ਨੂੰ ਮੇਰੀ ਪਿੱਠ ਤੇ ਬਿਠਾਇਆ ਹੋਇਆ, ਜਲਦੀ ਕਿਰਪਾ ਕਰੋ ਤੇ ਆਪਣੇ ਖੰਡੇ ਨਾਲ ਇਸ ਪਾਪੀ ਨੂੰ ਮੇਰੀ ਪਿੱਠ ਤੋਂ ਲਾਹ ਦਿਓ ਸਦਾ ਵਾਸਤੇ। ਲੱਗਦਾ ਇਸ ਲਈ ਘੋੜਾ ਹੋਰ ਤੇਜ਼ ਚੱਲਿਆ ਹੋਵੇ। ਵਾਹ। ਮਹਾਰਾਜ ਜੀ ਦੇ ਕੋਲ ਚਰਨ ਛੋਹਣ ਲਈ ਪਹੁੰਚਿਆ ਹੋਵੇਗਾ। ਲਿਓ ਖੈਂਚ ਖੰਡਾ ਤ੍ਰਿਖੀ ਤਾਰ ਚੰਡਾ, ਇਹ ਦੇਖ ਕੇ ਮਹਾਰਾਜ ਜੀ ਨੇ ਖੰਡਾ ਖਿੱਚ ਲਿਆ ਜੋ ਬੜਾ ਤਿੱਖਾ ਧਾਰ ਹੈ ਜਿਸ ਦੀ। ਹਟੇ ਔਰ ਹੀਰੇ ਨਹੀਂ ਹੇਰਤ ਨੇਰੇ, ਇਸਨੇ ਪੈਂਦੇ ਖਾਨ ਨੇ ਵੀ ਖੰਡਾ ਮਿਆਨ ਚੋਂ ਕੱਢਿਆ ਹੋਇਆ, ਪਰ ਲਾਗੇ ਨਹੀਂ ਹੁੰਦਾ। ਮਹਾਰਾਜ ਦੇ ਖੰਡੇ ਤੋਂ ਡਰ ਵੀ ਲੱਗਦਾ ਬਈ ਕਿਤੇ ਐਸਾ ਨਾ ਹੋਵੇ ਕਿ ਚੱਲ ਜਾਏ ਤੇ ਪੈਂਦੇ ਖਾਨ ਤੂੰ ਨੇਸ ਤੋਂ ਨਾਬੂਦ ਹੋ ਜਾਏ, ਨਜ਼ਰ ਹੀ ਨਾ ਆਵੇ। ਜ਼ਿਆਦਾ ਨੇੜੇ ਵੀ ਨਹੀਂ ਹੁੰਦਾ, ਖੰਡੇ ਦੀ ਰੇਂਜ ਵਿੱਚ ਨਹੀਂ ਆਉਂਦਾ ਤੇ ਦੂਰ ਦੂਰ ਜਿਹੜਾ ਉਹ ਸਲਾਂਗਾ ਲਗਾ ਰਿਹਾ ਹੈ। ਸਬੈ ਚੌਂਪ ਸੰਗਾ ਦਿਖੈ ਦੁੰਦ ਜੰਗਾ, ਪਰ ਦੋਹਾਂ ਪਾਸਿਆਂ ਦੀਆਂ ਸੈਨਾਵਾਂ ਬੜੇ ਚਾਅ ਨਾਲ ਦੋਹਾਂ ਦਾ ਜੰਗ ਦੇਖਣ ਲਈ ਉਤਾਵਲੀਆਂ। ਇੱਕ ਪਾਸੇ ਗੁਰੂ ਸਾਹਿਬ ਦਾ ਹੀ ਪਾਲਿਆ ਹੋਇਆ ਪੈਂਦੇ ਖਾਨ, ਦਾਨ ਦੇ ਦੇ ਕੇ ਰਜਾਇਆ ਹੋਇਆ ਪੈਂਦੇ ਖਾਨ, ਤੇ ਦਾਨ ਖਾ ਖਾ ਕੇ ਮੱਤ ਮਾਰੀ ਹੋਈ ਪੈਂਦੇ ਖਾਨ, ਤੇ ਇੱਕ ਪਾਸੇ ਤਿੰਨਾਂ ਲੋਕਾਂ ਦੇ ਬਲ ਦੇ ਮਹਾਨ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਅੱਜ ਦੀ ਇਹ ਕਥਾ ਬੜੇ ਧਿਆਨ ਨਾਲ ਸੁਣਨਾ। ਆਪਣੇ ਆਪ ਨੂੰ ਸਿੱਖ ਜਿਹੜੇ ਨੇ ਉਹ ਗੌਰਵਾਨਵਿਤ ਮਹਿਸੂਸ ਕਰ ਰਹੇ ਨੇ ਬਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਸੈਨਾ 'ਚ ਹਾਂ। ਇਸ ਲਈ ਮਹਾਰਾਜ ਨੇ ਜਦ ਖੰਡਾ ਕੱਢਿਆ, ਇਹਨਾਂ ਨੇ ਚਾਅ ਨਾਲ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ ਵੀ ਮਹਾਰਾਜ ਨੇ ਹੁਣ ਖੰਡਾ ਕੱਢ ਲਿਆ ਤੇ ਹੁਣ ਪੈਂਦੇ ਖਾਨ ਦੀ ਖੈਰ ਨਹੀਂ ਹੈ। ਤੁਸੀਂ ਵੀ ਜਿਤਨੇ ਬੈਠੇ ਹੋ ਜਾਂ ਆਪਣੇ ਆਪਣੇ ਘਰਾਂ 'ਚ ਸੁਣ ਰਹੇ ਹੋ, ਇੱਕ ਵਾਰੀ ਉਸ ਸੈਨਾ ਵਿੱਚ ਸ਼ਾਮਲ ਹੋਵੋ ਤੇ ਤੁਸੀਂ ਵੀ ਮਿਲ ਕੇ ਇੱਕ ਵੱਡਾ ਜੈਕਾਰਾ ਬੁਲਾ ਦਿਓ। ਇਸ ਤਰ੍ਹਾਂ ਜੈਕਾਰਾ ਬੁਲਾਓ ਜਿਵੇਂ ਸਾਰੀ ਸਿੱਖ ਸੈਨਾ ਬੁਲਾਉਂਦੀ ਸੀ, ਗੱਜ ਕੇ ਬੁਲਾਓ। ਇਸ ਤਰ੍ਹਾਂ ਜਦ ਮਹਾਰਾਜ ਜੀ ਨੇ ਖੰਡਾ ਮੈਦਾਨ ਚੋਂ ਬਾਹਰ ਕੱਢਿਆ
ਤੇ ਸਿੱਖਾਂ ਨੇ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ। ਭਇਓ ਪੈਂਦੇ ਨੇਰੇ ਕਹਿਓ ਬਾਕਟੇਰੇ। ਫਿਰ ਲਾਗੇ ਹੋ ਕੇ ਨਾ ਖੰਡੇ ਦੀ ਰੇਂਜ ਤੋਂ ਤਾਂ ਅਜੇ ਬਾਹਰ ਹੀ ਹੈਗਾ, ਲਾਗੇ ਹੋ ਕੇ ਤੇ ਉੱਚੀ ਆਵਾਜ਼ ਵਿੱਚ ਪੈਂਦੇ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਖਾਤਬ ਹੋ ਕੇ ਆਖਣ ਲੱਗਾ, ਰੌਲਾ ਪਾਉਂਦਾ ਹੋਇਆ, ਗੁਰੂ ਜੀ ਸੰਭਾਰੋ ਜਥਾ ਉਜਤਾਰੋ। ਆਖਣ ਲੱਗਾ, ਹੇ ਗੁਰੂ ਜੀ ਮੇਰੇ ਖੰਡੇ ਦਾ ਵਾਰ ਸੰਭਾਲੋ, ਜਿੰਨਾ ਬਲ ਹੈ ਲਾ ਦਿਓ, ਅੱਜ ਮੈਂ ਤੁਹਾਡਾ ਬਲ ਦੇਖਣਾ ਹੈ, ਪੂਰਾ ਬਲ ਲਗਾ ਕੇ ਮੇਰੇ ਵਾਰ ਨੂੰ ਰੋਕਣਾ ਕਰੋ। ਨਾਹੀਂ ਟਾਰਾ ਚਿਤੋ ਮੋਹਿ ਮਾਰਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਟਾਲ ਮਟੋਲਾ ਨਾ ਕਰਨਾ, ਯਾਦ ਕਰੋ ਤੁਸੀਂ ਮੈਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ ਸੀ, ਮੈਨੂੰ ਇੱਕ ਤਰ੍ਹਾਂ ਨਾਲ ਉਹ ਮਾਰ ਹੀ ਪਈ ਸੀ, ਕਸ਼ਟ ਸੀ ਮੇਰੇ ਲਈ, ਉਹਦਾ ਮੈਂ ਬਦਲਾ ਲੈਣ ਲਈ ਆਇਆ ਹਾਂ। ਦੱਸੋ, ਇਹ ਤਾਂ ਬੜੀ ਵੱਡੀ ਮੂਰਖਤਾ ਦੀ ਗੱਲ ਹੈ। ਮਹਾਰਾਜ ਨੇ ਜਿਹੜੀ ਪੋਸ਼ਾਕ ਬਖਸ਼ੀ ਸੀ ਇਹਨੂੰ ਪਹਿਰਨ ਵਾਸਤੇ ਆਪਣੇ ਜਵਾਈ ਨੂੰ ਦੇ ਦਿੱਤੀ। ਇਹਦੀ ਘਰਵਾਲੀ ਨੇ ਕਿਹਾ, ਬਈ ਜੇ ਨਾ ਇਹਨੂੰ ਦਿੱਤੀ ਤਾਂ ਸਾਡੀ ਕੁੜੀ ਨੂੰ ਛੱਡ ਦੇਵੇਗਾ। ਜੇ ਸਿਆਣਾ ਹੁੰਦਾ ਨਾ ਤੇ ਕਹਿੰਦਾ, ਨਹੀਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਹਾਂ ਤੇ ਮੇਰੇ ਰਿਸ਼ਤੇ 'ਚ ਕੋਈ ਵਿਗਾੜ ਗੁਰੂ ਸਾਹਿਬ ਨਹੀਂ ਪੈਣ ਦੇਣਗੇ। ਕੋਈ ਅਰਦਾਸ ਕਰਦਾ, ਮਹਾਰਾਜ ਨੂੰ ਬੇਨਤੀ ਕਰਦਾ, ਆਖਣ ਲੱਗਾ, ਚੰਗਾ ਫਿਰੇ ਜਿਹੜੀ ਹੀਰਿਆਂ ਜੜੀ ਪੋਸ਼ਾਕ ਮਹਾਰਾਜ ਨੇ ਆਪਣੀ ਮੈਨੂੰ ਦਿੱਤੀ ਹੈ, ਮੈਂ ਜਵਾਈ ਨੂੰ ਦੇ ਦੇ। ਬਿਨਾਂ ਪੋਸ਼ਾਕ ਪਹਿਨਿਆ ਮਹਾਰਾਜ ਕੋਲ ਆਇਆ ਤੇ ਮਹਾਰਾਜ ਕਹਿਣ ਲੱਗੇ, ਪੋਸ਼ਾਕ ਕਿੱਥੇ ਹੈ ਭਾਈ, ਅੱਜ ਸਾਦੇ ਕੱਪੜੇ ਪਾ ਕੇ ਆਇਆ। ਆਖਣ ਲੱਗਾ, ਜੀ ਉਹ ਮੈਲੀ ਹੋ ਗਈ ਹੈ, ਧੋਬੀ ਨੂੰ ਦਿੱਤੀ ਹੋਈ ਹੈ ਧੋਣ ਵਾਸਤੇ। ਤੇ ਮਹਾਰਾਜ ਮੁਸਕਰਾਏ ਤੇ ਅੰਦਰ ਅੰਦਰ ਜਾਣਦੇ ਨੇ ਪੋਸ਼ਾਕ ਮੈਲੀ ਹੈ ਕਿ ਨੀਅਤ ਮਾੜੀ ਹੋਈ। ਨੀਅਤ ਵਿੱਚ ਮੈਲ ਹੈ। ਅਗਲੇ ਦਿਨ ਫਿਰ ਨਾ ਪੋਸ਼ਾਕ ਪਾ ਕੇ ਆਇਆ। ਮਹਾਰਾਜ ਨੇ ਕਿਹਾ, ਝੂਠ ਕਿਉਂ ਬੋਲਦਾ, ਕਿਉਂ ਟਾਲ ਮਟੋਲ ਕਰਦਾ ਹੈ, ਕਿਉਂ ਝੂਠ ਬੋਲਦਾ ਹੈ, ਤੂੰ ਆਪਣੇ ਜਵਾਈ ਨੂੰ ਨਹੀਂ ਦੇ ਛੱਡੀ। ਇਸ ਤਰ੍ਹਾਂ ਹੋਰ ਵੀ ਮਹਾਰਾਜ ਜੀ ਦੀਆਂ ਬਖਸ਼ੀਆਂ ਵਸਤੂਆਂ ਇਹਨੇ ਜਵਾਈ ਨੂੰ ਦੇ ਦਿੱਤੀਆਂ, ਮਹਾਰਾਜ ਨੇ ਇਹਨੂੰ ਦਿੱਤੀਆਂ ਸਨ। ਤੇ ਜੇ ਮਾਫੀ ਵੀ ਮੰਗ ਲੈਂਦਾ ਵੀ ਸੱਚੇ ਪਾਤਸ਼ਾਹ ਕੀ ਕਰਾਂ, ਘਰਵਾਲੀ ਦੇ ਆਖੇ ਲੱਗ ਕੇ ਧੀ ਦੇ ਮੋਹ ਵਿੱਚ ਪੈ ਕੇ ਜਵਾਈ ਨੂੰ ਦੇ ਦਿੱਤੀਆਂ, ਤੁਹਾਡੀਆਂ ਬਖਸ਼ੀਆਂ ਹੋਈਆਂ, ਤੁਸੀਂ ਮੈਨੂੰ ਮਾਫ ਕਰ ਦਿਓ। ਤੇ ਮਹਾਰਾਜ ਨੇ ਹੋਰ ਦੇ ਦੇਣੀਆਂ ਸਨ, ਮਾਫ ਵੀ ਕਰ ਦੇਣਾ। ਪਰ ਇੱਕ ਨੇ ਕਬੂਲ ਬੋਲੇ, ਮਹਾਰਾਜ ਨਾਰਾਜ਼ ਹੋਏ, ਕਹਿੰਦਾ ਉਹ ਗੱਲ ਚੇਤੇ ਕਰੋ, ਤੁਸੀਂ ਮੇਰੀ ਬੇਇੱਜ਼ਤੀ ਕੀਤੀ ਸੀ, ਮੈਨੂੰ ਮਾਰਿਆ ਸੀ। ਦੋਹਰਾ ਸੋ ਪਲਟੇ ਕੋ ਸਮੋ ਅਬ ਲੈਹੂੰ ਪਕਰੋ ਤੋਹੇ। ਆਖਣ ਲੱਗਾ, ਉਹ ਹੁਣ ਮੈਂ ਬਦਲਾ ਲੈਣ ਵਾਸਤੇ ਤੁਹਾਡੇ ਕੋਲ ਆਇਆ, ਤੁਹਾਨੂੰ ਪਕੜ ਲਵਾਂਗਾ, ਤੁਹਾਡੇ ਡੋਲਿਆਂ ਨੂੰ ਆਪਣੀਆਂ ਬਾਹਾਂ ਵਿੱਚ ਬੰਨ ਲਵਾਂਗਾ। ਸ਼ਾਹਜਹਾਂ ਕੇ ਨਿਕਟ ਲੈ ਤਿਹਠਾਂ ਛੋਰੇ ਹੋਏ। ਰਸਤੇ 'ਚ ਮੈਂ ਕਲਾਵਾ ਖੋਲਾਂਗਾ ਨਹੀਂ, ਛੱਡਾਂਗਾ ਨਹੀਂ, ਬਾਦਸ਼ਾਹ ਦੇ ਕੋਲ, ਸ਼ਾਹਜਹਾਨ ਦੇ ਕੋਲ ਲੈ ਕੇ ਪਹੁੰਚਾਂਗਾ, ਉੱਥੇ ਛੱਡਾਂਗਾ। ਜੋ ਜੀਵਨ ਚੋ ਆਪਣਾ ਚਲੀਏ ਆਗੇ ਹੋਏ। ਬੜਾ ਮੂਰਖ ਹੈ ਤੇ ਮਹਾ ਮੂਰਖਤਾ ਨਾਲ ਭਰਿਆ ਹੋਇਆ। ਗੁਰੂ ਸਾਹਿਬ ਨੂੰ ਕਹਿੰਦਾ ਪਿਆ ਬਈ ਜੇ ਜਿਉਣਾ ਚਾਹੁੰਦੇ ਹੋ, ਜੀਵਨ ਲੋੜਦੇ ਹੋ, ਤਾਂ ਮੇਰੇ ਅੱਗੇ ਲੱਗ ਕੇ ਚੱਲ ਪਓ। ਮਹਾਰਾਜ ਜੀ ਨੇ ਸਿੱਖਾਂ ਨੂੰ ਰੋਕਿਆ ਹੋਇਆ ਸੀ ਬਈ ਕੋਈ ਹਮਲਾ ਨਾ ਕਰੇ, ਵਰਨਾ ਕਈਆਂ ਦਾ ਹੁਣ ਇੱਥੇ ਬੈਠਿਆਂ ਦਾ ਵੀ ਮਨ ਕਰ ਰਿਹਾ ਵੀ ਇਹ ਮਹਾਰਾਜ ਨੂੰ ਕੌੜੇ ਬੋਲ ਰਿਹਾ ਤੇ ਅਸੀਂ ਫੜ ਕੇ ਹੁਣੇ ਇਹਦੀਆਂ ਬਾਹਾਂ ਮਰੋੜ ਦਿੰਦੇ ਹਾਂ। ਤੁਹਾਡੇ 'ਚੋਂ ਕਈਆਂ ਦਾ ਮਨ ਕਰਦਾ ਪਿਆ, ਆ ਬੀਬੀਆਂ ਦਾ ਵੀ ਕਰਦਾ ਹੋਣਾ ਬਈ ਹੋਰ ਕੁਝ ਨਹੀਂ ਤੇ ਝਾੜੂ ਨਾਲ ਹੀ ਇਹਦੀ ਸੇਵਾ ਕਰ ਦਈਏ। ਕਿਉਂਕਿ ਗੁਰੂ ਜਿਹੜਾ ਨਾ ਉਹ ਸਿੱਖ ਜਿਹੜਾ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਭਾਈ ਸਾਹਿਬ ਨੇ ਵੀ ਸੰਖੇਪ 'ਚ ਬੋਲ ਲਿਖੇ ਨੇ, ਬਹੁਤਾ ਇਹਨਾਂ ਦਾ ਵਿਸਤਾਰ ਨਹੀਂ ਕੀਤਾ। ਆਖਣ ਲੱਗਾ ਪਕੜ ਕੇ ਲੈ ਜਾਵਾਂਗਾ
ਚੰਗਾ ਚਾਹੁੰਦੇ ਹੋ, ਭਲਾ ਚਾਹੁੰਦੇ ਹੋ ਤੇ ਮੇਰੇ ਅੱਗੇ ਲੱਗ ਕੇ ਚੱਲ ਪਵੋ। ਜੋ ਜੀਵਨ ਚੋ ਆਪਣਾ ਚਲੀਐ ਆਗੇ ਹੋਏ। ਜੇ ਜਿਉਂਦਾ ਰਹਿਣਾ ਚਾਹੁੰਦੇ ਹੋ ਤਾਂ ਮੇਰੇ ਅੱਗੇ ਲੱਗ ਕੇ ਆਪੇ ਹੀ ਤੁਰ ਪਵੋ। ਹਜਰਤ ਸੰਗ ਮਿਲਾਏ ਕਰ ਖਤਾ ਬਖਸ਼ ਹੈ ਸੋਏ। ਮਹਾ ਮੂਰਖ ਹੈ, ਮਹਾ ਅਗਿਆਨੀ ਹੈ, ਮਹਾ ਦੁਸ਼ਟ ਹੈ, ਮਹਾ ਬਦ ਕਲਾਮ ਹੈ। ਜਿਨ੍ਹਾਂ ਦੇ ਚਰਨਾਂ ਤੇ ਤ੍ਰਿਲੋਕੀ ਦੇ ਜੀਵ ਸੀਸ ਰੱਖਦੇ ਨੇ, ਮਹਾਰਾਜ ਸਾਡੇ ਪਾਪ ਬਖਸ਼ ਦੇਵੋ। ਸਤਿਗੁਰੂ ਦਿਆਲੂ ਵੀ ਬੜੇ ਨੇ, ਕੋਈ ਵੱਧ ਘੱਟ ਵੀ ਬੋਲ ਦੇਵੇ ਤੇ ਬਖਸ਼ ਲੈਂਦੇ ਨੇ। ਇੱਕ ਮਾਤਾ ਨੇ ਮਹਾਰਾਜ ਜੀ ਦੇ ਘੋੜੇ ਦੀ ਵਾਗ ਪਕੜ ਲਈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤੇ ਆਖਣ ਲੱਗੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਪਾਪੀ ਹੋ, ਮੈਂ ਬਖਸ਼ਣਹਾਰ ਹਾਂ। ਮਹਾਰਾਜ ਮੁਸਕਰਾ ਰਹੇ ਸਨ, ਮਾਤਾ ਦੇ ਨੇਤਰਾਂ ਚੋਂ ਜਲ ਵੀ ਜਾ ਰਿਹਾ ਸੀ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੇ ਪਾਪੀ ਹੋ, ਮੈਂ ਬਖਸ਼ਣਹਾਰ ਹਾਂ। ਆਪ ਜੈਸੇ ਸਿੱਖ ਸਨ, ਉਹਨਾਂ ਨੇ ਮਾਤਾ ਨੂੰ ਬਾਹੋਂ ਪਕੜਿਆ, ਇੱਥੋਂ ਮਾਤਾ ਕੀ ਪਾਪ ਕਰ ਰਹੀ ਹੈ? ਗੁਰੂ ਪਾਪੀ ਹੈ, ਤੂੰ ਬਖਸ਼ਣਹਾਰ ਹੈ। ਆਖਣ ਲੱਗੀ, ਹਾਂ ਗੁਰੂ ਪਾਤਸ਼ਾਹ ਤੁਸੀਂ ਬਹੁਤ ਵੱਡੇ ਪਾਪੀ, ਮੈਂ ਬਖਸ਼ਣਹਾਰ। ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਕਹਿਣ ਲੱਗੇ, ਕੁਛ ਨਾ ਆਖੋ, ਕੋਈ ਗੱਲ ਨਹੀਂ, ਮਹਾਰਾਜ ਅਪਮਾਨ ਕਰਦੀ ਪਈ ਹੈ। ਸਤਿਗੁਰੂ ਕਹਿਣ ਲੱਗੇ, ਨਹੀਂ ਅਪਮਾਨ ਨਹੀਂ ਕਰਦੀ ਪਈ, ਇਹ ਜੋ ਕਹਿ ਰਹੀ ਅਸੀਂ ਸਮਝਦੇ ਪਏ ਹਾਂ, ਇਹ ਕਹਿ ਹੀ ਰਹੀ ਹੈ ਮੈਂ ਪਾਪੀ ਹਾਂ, ਤੁਸੀਂ ਬਖਸ਼ਣਹਾਰ ਹੋ, ਪਰ ਸ਼ਬਦ ਉਲਟੇ ਨਿਕਲਦੇ ਪਏ ਨੇ। ਸਾਨੂੰ ਪਤਾ ਹੈ ਜੋ ਕਹਿ ਰਹੀ। ਮਹਾਰਾਜ ਦੀ ਬਾਣੀ ਦੇ ਵੀ ਬੋਲ ਨੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਭਾਸ਼ਾ ਦੀ ਗੱਲ ਨਹੀਂ ਹੈ, ਭਾਵਨਾ ਦੀ ਗੱਲ। ਸਤਿਗੁਰੂ ਤੇ ਦਿਆਲੂ ਬੜੇ ਨੇ। ਆਖਣ ਲੱਗੇ, ਮਾਤਾ ਜੀ ਠੀਕ ਕਹਿ ਰਹੇ ਨੇ ਗੁਰਸਿੱਖੋ, ਸ਼ਬਦ ਉਲਟੇ ਹੋ ਗਏ ਨੇ, ਭਾਵਨਾ ਸਿੱਧੀ ਹੈਗੀ ਹੈ। ਮਹਾਰਾਜ ਤੇ ਸਦਾ ਦਿਆਲੂ ਨੇ। ਜੇ ਸਾਹਮਣੇ ਆ ਜਾਂਦਾ, ਮਹਾਰਾਜ ਮੈਂ ਭੁੱਲ ਗਿਆ, ਮੈਂ ਮੋਹ ਵਿੱਚ ਆ ਗਿਆ, ਮੈਂ ਜਵਾਈ ਨੂੰ ਸਭ ਕੁਝ ਦੇ ਦਿੱਤਾ, ਬਖਸ਼ ਲਵੋ, ਤੇ ਮਹਾਰਾਜ ਨੇ 2-4 ਹੋਰ ਦੇ ਦੇਣੀਆਂ ਸੀ, ਕਹਿਣਾ ਸੀ ਲੈ ਹੋਰ ਜਵਾਈ ਨੂੰ ਦੇ ਦੇ, ਤੇਰਾ ਜਵਾਈ ਵੀ ਸਾਡਾ ਬੱਚਾ ਹੀ ਹੈ, ਜੇ ਤੂੰ ਸਾਡਾ ਬੱਚਾ ਹੈ ਤਾਂ। ਪਰ ਮੱਤ ਅਵੱਲੀ ਆ ਗਈ, ਮੂਰਖ ਮੱਤ ਆ ਗਈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ, ਵੀ ਜੇ ਜੀਵਨ ਚਾਹੀਦਾ ਹੈ ਤੇ ਚਲੋ ਤੇ ਬਾਦਸ਼ਾਹ ਕੋਲ ਜਾ ਕੇ ਮਾਫੀ ਮੰਗ ਲਓ, ਮੈਂ ਤੁਹਾਨੂੰ ਮਾਫ ਕਰਵਾ ਦੇਵਾਂਗਾ, ਬਖਸ਼ਵਾ ਦੇਵਾਂਗਾ। ਇਸ ਤਰ੍ਹਾਂ ਹੰਕਾਰ ਵਿੱਚ ਬੋਲ ਰਿਹਾ ਹੈ। ਸਾਵਲ ਛੰਦ ਨਹੀਂ ਤੋ ਸੰਭਾਰੋ, ਜੀਤੋ ਉਹ ਜੇ ਤਾਰੋ। ਜੇ ਨਹੀਂ ਤਾਂ ਫਿਰ ਮੇਰਾ ਖੰਡਾ ਸੰਭਾਲੋ, ਜਿੰਨਾ ਜ਼ੋਰ ਹੈ ਉਹ ਲਾ ਦਿਓ, ਮੇਰਾ ਖੰਡਾ ਤੁਹਾਡੇ ਕੋਲੋਂ ਨਹੀਂ ਰੁਕਣਾ। ਕਰੋ ਬਾਰੇ ਖੰਡਾ ਬਨੇ ਦੋਏ ਖੰਡਾ। ਮੈਂ ਇਸ ਤਰ੍ਹਾਂ ਤੇਜ ਖੰਡੇ ਦਾ ਵਾਰ ਕਰਾਂਗਾ ਕਿ ਤੁਹਾਡੇ ਸਰੀਰ ਨੂੰ 2 ਟੁਕੜੇ ਕਰ ਦੇਵਾਂਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਰਿਹਾ ਹੈ ਨਾ, ਮੌਤ ਆਈ ਹੋਈ। ਕਹਿੰਦੇ ਨੇ ਗਿੱਦੜ ਦੀ ਮੌਤ ਆਉਂਦੀ ਹੈ, ਫਿਰ ਪਿੰਡ ਵੱਲ ਨੂੰ ਦੌੜਦਾ। ਇਹਦੀ ਮੌਤ ਆਈ ਹੋਈ ਹੈ ਤੇ ਮਹਾਰਾਜ ਵੱਲ ਜੰਗ ਕਰਨ ਵਾਸਤੇ ਆਇਆ ਹੈ। ਗੁਰੂ ਕੋ ਪਿਤਾਰੇ ਸੋ ਬਾਕੰ ਉਚਾਰੇ। ਗੁਰੂ ਸਾਹਿਬ ਸੁਣ ਕੇ ਵੀਰ ਰਸ ਵਿੱਚ ਬਚਨ ਆਖਣ ਲੱਗੇ, ਜੋ ਗੀਦੀ ਸੋ ਤਰਸੇ ਤਕੇ ਸਾਹੋ ਪਾਸੈ। ਆਖਣ ਲੱਗੇ ਆ ਪੈਂਦੇ ਖਾਨ ਜਿਹੜਾ ਡਰਪੋਕ ਹੁੰਦਾ ਨਾ, ਗੀਦੀ, ਉਹ ਤਰਾਸ ਮੰਨਦਾ ਬਾਦਸ਼ਾਹ ਦਾ, ਤੇ ਕੁੜਾਵੇ ਬਾਦਸ਼ਾਹਾਂ ਦੀ ਆਸ ਲੋਚਦਾ ਹੈ, ਉਹਨਾਂ ਦਾ ਸਹਾਰਾ ਲੱਭਦਾ ਹੈ। ਤੇ ਅਸੀਂ ਤੇਰੇ ਵਾਂਗੂ ਡਰਪੋਕ ਨਹੀਂ ਹੈਗੇ, ਸਾਨੂੰ ਕਿਸੇ ਬਾਦਸ਼ਾਹ ਦੇ ਸਹਾਰੇ ਦੀ ਲੋੜ ਨਹੀਂ। ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਨੇ ਕਿਸੇ ਦਾ ਸਹਾਰਾ ਕੀ ਲੱਭਦਾ, ਬਾਦਸ਼ਾਹ ਤਾਂ ਵਿਚਾਰੇ ਆਪ ਬੇਸਹਾਰਾ ਨੇ। ਆ ਵੇਖ ਲਓ, 5 ਸਾਲ ਪੂਰੇ ਨਹੀਂ ਹੁੰਦੇ, ਪੌਣੇ 5 ਸਾਲਾਂ ਬਾਅਦ ਹੀ ਆ ਜਾਂਦੇ ਨੇ, ਸਾਨੂੰ ਵੋਟ ਕਰੋ, ਸਪੋਰਟ ਕਰੋ। ਆਪ ਲੋਕਾਂ ਦੇ ਸਹਾਰੇ ਕੁਰਸੀਆਂ ਨੇ, ਬਾਦਸ਼ਾਹਾਂ ਦੇ ਸਹਾਰੇ ਕੀ ਰਹਿਣਾ।
ਗੁਰੂ ਦੇ ਸਹਾਰੇ ਰਹਿਣਾ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਇਸ ਲਈ ਪ੍ਰਮਾਤਮਾ ਦਾ ਆਸਰਾ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਆਸਰਾ ਲੈਣਾ, ਨਾਮ ਦਾ ਸਹਾਰਾ ਲੈਣਾ। ਤੇ ਜਿਨ੍ਹਾਂ ਨੂੰ ਨਾਮ ਦਾ ਸਹਾਰਾ ਮਿਲ ਜਾਂਦਾ ਹੈ, ਪ੍ਰਭੂ ਦੇ ਨਾਮ ਦਾ ਆਸਰਾ ਮਿਲ ਜਾਂਦਾ ਹੈ, ਉਹ ਫਿਰ ਬੇਸਹਾਰੇ ਕੋਈ ਨਹੀਂ ਹੁੰਦੇ। ਉਹ ਬੇਸਹਾਰਿਆਂ ਨੂੰ ਸਹਾਰਾ ਦੇਣ ਦੇ ਸਮਰੱਥ ਹੋ ਜਾਂਦੇ। ਮਹਾਰਾਜ ਕਹਿਣ ਲੱਗੇ, ਜੋ ਗੀਦੀ ਸੋ ਤਰਾਸੈ, ਜਿਹੜਾ ਡਰਪੋਕ ਹੈ ਉਹ ਡਰਦਾ ਹੈ, ਤਕੈ ਸਾਹ ਪਾਸੇ, ਉਹ ਤੇਰੇ ਵਰਗੇ ਕੁੜਾਵੇ ਬਾਦਸ਼ਾਹਾਂ ਦੀਆਂ ਸਹਾਰੇ ਦੀਆਂ ਭਾਵਨਾਵਾਂ ਰੱਖਦਾ ਹੈ। ਹਮੈ ਜੰਗ ਪਾਵੈ ਰਿਪੂ ਬ੍ਰਿੰਦੇ ਕਾਵੈ। ਸਾਨੂੰ ਜੰਗ ਚੰਗਾ ਲੱਗਦਾ, ਜਿਹੜਾ ਜੰਗ ਕਰਨ ਵਾਸਤੇ ਆਇਆ ਨਾ ਅਸੀਂ ਤਿਆਰ। ਤੇ ਅਥਾਹ ਦੁਸ਼ਮਣਾਂ ਨੂੰ ਹੁਣੇ ਜੰਗ ਵਿੱਚ ਮੌਤ ਦੀ ਨੀਂਦ ਸੁਲਾ ਦੇਵਾਂਗੇ। ਨਹੀਂ ਮੇਲ ਠਾਨੈ ਹਨ ਆਜੁਧਾਨ। ਅਸੀਂ ਤੁਹਾਡੇ ਨਾਲ ਕੋਈ ਮੇਲ ਨਹੀਂ ਕਰਨਾ, ਅਸੀਂ ਯੁੱਧ ਕਰਾਂਗੇ, ਸ਼ਸਤਰ ਉਠਾਵਾਂਗੇ। ਤੋਰੇ ਹਾਨਾ ਲੀਜੈ ਸੱਚ ਜਾਣਾ। ਉਹ ਪੈਂਦੇ ਖਾਨੇ ਸੱਚ ਜਾਣ ਲੈ, ਅੱਜ ਤੂੰ ਆਪਣੇ ਪੈਰਾਂ ਤੇ ਤਾਂ ਆਇਆ ਹੈ, ਪਰ ਹੁਣ ਚੌਂ ਮੋਢਿਆਂ ਤੇ ਜਾਣ ਜੋਗਾ ਵੀ ਨਹੀਂ ਰਹੇਗਾ। ਮਹਾਰਾਜ ਜੀ ਨੇ ਬੋਲ ਆਖ ਦਿੱਤੇ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਮਹਾਰਾਜ ਦੀ ਰਸਨਾ ਤੋਂ ਨਿਕਲਿਆ ਬੋਲ ਕਦੀ ਟਲਦਾ ਹੈ? ਸਾਧ ਬਚਨ ਅਟਲਾ ਤਾਂ ਟਲਦਾ ਨਹੀਂ। ਮਹਾਰਾਜ ਕਹਿਣ ਲੱਗੇ, ਸੱਚ ਜਾਣ, ਤੇਰੇ ਜੀਵਨ ਦਾ ਅੰਤ ਆ ਗਿਆ ਹੈ। ਵੈ ਪ੍ਰਾਨ ਤਾਰੈ ਨ ਧਾਮੰ ਸਿਧਾਰੈ। ਔਰ ਹੁਣ ਤੂੰ ਜਿਉਂਦਾ ਵਾਪਸ ਆਪਣੇ ਘਰ ਨਹੀਂ ਜਾਵੇਂਗਾ। ਉਹ ਕਾਲ ਤੁੰਡਾ ਬਨੈ ਰੁੰਡ ਮੁੰਡਾ। ਤੂੰ ਹੁਣ ਕਾਲ ਦੇ ਮੂੰਹ ਵਿੱਚ ਪੈ ਗਿਆ, ਕਾਲ ਦੇ ਸੱਪ ਦੇ ਮੂੰਹ ਵਿੱਚ ਤੂੰ ਆ ਗਿਆ। ਕਾਲ ਨੇ ਤੈਨੂੰ ਮੂੰਹ ਵਿੱਚ ਪਾ ਲਿਆ। ਬਸ ਥੋੜੀ ਦੇਰ ਬਾਅਦ ਤੇਰੇ ਧੜ ਤੇ ਸਿਰ ਨਹੀਂ ਹੋਣਾ। ਮਹਾਰਾਜ ਆਖਣ ਲੱਗੇ, ਤੋ ਬਾਤ ਜੈਸੀ ਸੁਨੋ ਕਾਨ ਤੈਸੇ। ਭਾਵੇਂ ਤੂੰ ਕਾਲ ਦੇ ਮੂੰਹ ਵਿੱਚ ਪਿਆ ਹੋਇਆ ਹੈ, ਪਰ ਫਿਰ ਵੀ ਇਹ ਗੱਲ ਸਾਡੀ ਧਿਆਨ ਨਾਲ ਸੁਣ। ਨਹੀਂ ਬਾਰਿਕੀ ਨੋ ਰਹਿ ਚੀਤ ਪੀਨੋ। ਕਿਤੇ ਐਸਾ ਨਾ ਹੋਵੇ ਸਾਡੇ ਵਾਰ ਨਾਲ ਤੂੰ ਪਾਰ ਉਤਰ ਜਾਏ, ਤੇਰੇ ਮਨ 'ਚ ਹੀ ਰਹਿ ਜਾਏ ਵੀ ਮੈਨੂੰ ਤਾਂ ਵਾਰ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਮੇਰਾ ਤਾਂ ਬਲ ਬੇਅਰਥ ਗਿਆ, ਮੇਰੀ ਤਾਕਤ ਤਾਂ ਐਵੇਂ ਜ਼ਾਇਆ ਹੋ ਗਈ। ਕਿਤੇ ਤੇਰੇ ਮਨ ਵਿੱਚ ਇਹ ਗੱਲ ਨਾ ਰਹਿ ਜਾਏ, ਭਰਮ ਹੀ ਨਾ ਰਹਿ ਜਾਏ ਕਿ ਮੈਂ ਵਾਰ ਨਹੀਂ ਕਰ ਸਕਿਆ। ਓ ਜੇ ਬਾਦੰ ਚੂਰੈ ਤਾਰੀ ਜਾਦੰ। ਐਵੇਂ ਬਾਅਦ 'ਚ ਮਰਨ ਤੋਂ ਬਾਅਦ ਤੇਰੀ ਆਤਮਾ ਯਾਦ ਕਰਦੀ ਫਿਰੇ, ਮੇਰਾ ਇੰਨਾ ਸਰੀਰਕ ਬਲ ਸੀ, ਮੈਨੂੰ ਵਾਰ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਫਿਰ ਬਾਅਦ 'ਚ ਤੇਰੀ ਆਤਮਾ ਪਛਤਾਉਂਦੀ ਰਹੇ। ਟੋਟਕ ਛੰਦ ਇਸ ਤੇ ਹਮ ਤੋਹੇ ਸੁਨਾਵਤ ਹੈ। ਇਸ ਕਰਕੇ ਅਸੀਂ ਇਹ ਗੱਲ ਤੈਨੂੰ ਸੁਣਾਉਣੀ ਚਾਹੁੰਦੇ ਹਾਂ। ਭਲੇ ਆਪਨ ਤੇ ਗਰਬਾਵਤ ਹੈ। ਤੂੰ ਆਪਣੇ ਬਲ ਦਾ ਬੜਾ ਮਾਣ ਕਰਦਾ ਪਿਆ ਹੈ। ਕਾਨ ਬਿਖੈ ਬਹੁ ਬਾਰ ਕਹੋ। ਤੂੰ ਕਾਲੇ ਖਾਨ ਕੋਲ, ਕੁਤਬ ਖਾਨ ਕੋਲ ਤੇ ਹੋਰਨਾਂ ਕੋਲ ਬੜੀ ਵਾਰੀ ਇਹ ਗੱਲ ਆਖੀ ਹੈ। ਬਲ ਮੋਹੇ ਬਡੂ ਗੁਰ ਜਾਏ ਗਹੋਂ। ਕਿ ਮੈਂ ਬੜਾ ਬਲਵਾਨ ਹਾਂ ਤੇ ਗੁਰੂ ਸਾਹਿਬ ਨੂੰ ਜਾਂਦਾ ਹੀ ਪਕੜ ਲਵਾਂਗਾ। ਇਹ ਗੱਲ ਤੂੰ ਕਈ ਵਾਰੀ ਤੁਰਕ ਸੈਨਾ ਵਿੱਚ ਆਖੀ ਹੈ। ਇਸ ਤੇ ਅਬ ਪੂਰਬ ਬਾਰ ਕਰੋ। ਇਸ ਕਰਕੇ ਤੇਰੇ ਮਨ ਵਿੱਚ ਕੋਈ ਵਹਿਮ ਨਾ ਰਹਿ ਜਾਏ, ਕੋਈ ਭਰਮ ਨਾ ਰਹਿ ਜਾਏ ਵੀ ਮੈਂ ਵਾਰ ਕਰ ਹੀ ਨਹੀਂ ਸਕਿਆ। ਇਸ ਕਰਕੇ ਪਹਿਲਾ ਵਾਰ ਤੂੰ ਕਰ ਲੈ, ਤੇਰੇ ਮਨ ਦੀ ਭਾਵਨਾ ਪੂਰੀ ਹੋ ਜਾਏ। ਜਿੰਨਾ ਜ਼ੋਰ ਨਾਲ, ਬਲ ਨਾਲ, ਢੰਗ ਤਰੀਕੇ ਨਾਲ ਤੂੰ ਵਾਰ ਕਰਨਾ ਚਾਹੁੰਦਾ ਹੈ, ਤੂੰ ਵਾਰ ਕਰ ਲੈ। ਭਲਿਓ ਬੁੱਧ ਜੋ ਬਪ ਬੀਚ ਧਰੋ। ਜਿੰਨਾ ਤੇਰੇ ਕੋਲ ਬਲ ਹੈ ਸਰੀਰ ਵਿੱਚ ਤੇ ਮਸਤਕ ਵਿੱਚ, ਜਿੰਨੀ ਬੁੱਧੀ
ਪੂਰੇ ਬੁੱਧੀ ਲਾ ਕੇ, ਪੂਰਾ ਬਲ ਲਾ ਕੇ, ਹਰ ਤਰ੍ਹਾਂ ਨਾਲ ਸਮਝ ਵਿਚਾਰ ਕੇ ਅਸੀਂ ਖੜੇ ਆਂ, ਸਾਡੇ ਤੇ ਵਾਰ ਕਰ ਲੈ। ਹੌਂਸ ਨ ਰਾਖੋ ਆਪਨ ਕੀ। ਔਰ ਇਸ ਤਰ੍ਹਾਂ ਨਾ ਰਹੇ ਵੀ ਤੇਰੇ ਮਨ ਵਿੱਚ, ਤੇਰੇ ਚਿੱਤ ਵਿੱਚ ਇਹ ਵਹਿਮ ਬਣ ਜਾਏ, ਇੱਛਾ ਬਾਕੀ ਰਹਿ ਜਾਏ, ਹਵਸ ਬਾਕੀ ਰਹਿ ਜਾਏ ਆਪਣੇ ਬਲ ਦੀ। ਕਰ ਲਿਓ ਵਿਧਾ ਸਭ ਪਾਪਨ ਕੀ। ਜੋ ਵੀ ਪਾਪ ਤੇਰੇ ਮਨ ਵਿੱਚ ਹੈਗਾ ਤੂੰ ਕਰ ਲੈ। ਸਾਧ ਸੰਗਤ ਇਹ ਪਾਪ ਇਸ ਲਈ ਕਿਹਾ ਕਿਉਂਕਿ ਨਿਰਵੈਰ ਪੁਰਖਾਂ ਨਾਲ ਵੈਰ ਪਾਉਣਾ ਪਾਪ ਹੈਗਾ। ਨਿਰਵੈਰੈ ਸੰਗ ਵੈਰ ਰਚਾਏ, ਗੁਰ ਪਰਮੇਸ਼ਰ ਤਾਂ ਕੋ ਮਾਰੈ। ਇਹ ਪਾਪ ਹੈਗਾ। ਜੇ ਤੂੰ ਇਹ ਪਾਪ ਕਰਨਾ ਚਾਹੁੰਦਾ ਹੈ, ਸ਼ਾਇਦ ਮਹਾਰਾਜ ਸੋਚਦੇ ਨੇ ਸਾਡੇ ਬਚਨ ਸੁਣ ਕੇ ਕਿਤੇ ਇਹਦਾ ਮਨ ਹੀ ਬਦਲ ਜਾਏ ਤੇ ਬਚ ਜਾਏ। ਸਤਿਗੁਰੂ ਫੇਰ ਵੀ ਭਲਾ ਕਰਦੇ ਨੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਮਹਾਰਾਜ ਕਹਿੰਦੇ ਨੇ ਤੂੰ ਵਾਰ ਕਰ ਲੈ। ਸੁਨ ਖਾਨ ਵਿਚਾਰਤ ਮੂਢ ਬਲੀ। ਬੜਾ ਮੂੜ ਹੈ ਪੈਂਦੇ ਖਾਨ ਭਾਵੇਂ ਬੜਾ ਬਲੀ। ਮਨ ਵਿੱਚ ਵਿਚਾਰਨ ਲੱਗਿਆ, ਅਬ ਛੋਰ ਤੁਰੰਗ ਘਾਤ ਪਲੀ। ਆਖਣ ਲੱਗਾ ਹੁਣ ਮੈਂ ਘੋੜੇ ਤੇ ਨਹੀਂ ਰਹਿੰਦਾ ਤੇ ਥੱਲੇ ਉਤਰ ਕੇ ਵਾਰ ਕਰਦਾ ਹਾਂ। ਇਹਨਾਂ ਨੂੰ ਘੋੜੇ ਤੋਂ ਥੱਲੇ ਸੁੱਟ ਦੇਣਾ, ਘੋੜੇ ਸਮੇਤ ਚੁੱਕ ਕੇ ਸੁੱਟ ਦੇਵਾਂ। ਵਾਕਈ ਇਹ ਇੰਨਾ ਬਲੀ ਸੀ ਕਿ ਕੋਈ ਦੁਸ਼ਮਣ ਦਲ ਦਾ ਘੋੜ ਸਵਾਰ ਸਿਪਾਹੀ ਇਹਦੇ ਵੱਲ ਆਉਂਦਾ ਸੀ ਤੇ ਬੈਠ ਕੇ ਘੋੜੇ ਦਾ ਤੰਗ ਪਕੜ ਕੇ ਘੋੜੇ ਸਮੇਤ ਹੀ ਉਹਨੂੰ ਸੁੱਟ ਦਿੰਦਾ ਸੀ। ਬਹੁਤ ਬਲੀ ਸੀ। ਆਖਣ ਲੱਗਾ ਮੈਂ ਇਸ ਤਰ੍ਹਾਂ ਘੋੜੇ ਤੋਂ ਉਤਰਦਾ। ਘੋੜੇ ਨੇ ਵੀ, ਵਰੋਲੇ ਘੋੜੇ ਨੇ ਸ਼ੁਕਰ ਕੀਤਾ ਵੀ ਪਾਪ ਦੀ ਪੰਡ ਮੇਰੀ ਪਿੱਠ ਤੋਂ ਉਤਰੀ ਹੈ। ਫਿਰ ਪਾਇਨ ਸੋ ਨਿਜ ਵਾਰ ਕਰੋ। ਮੈਂ ਫਿਰ ਛਲਾਂਗ ਲਗਾ ਕੇ ਆਪਣੇ ਪੈਰਾਂ ਦਾ ਬਲ ਲਾ ਕੇ ਪੂਰਾ ਤੇ ਗੁਰੂ ਸਾਹਿਬ ਤੇ ਵਾਰ ਕਰਦਾ ਹਾਂ। ਹੋਏ ਤੀਰ ਕਿਓ ਕਰ ਮਾਹੇ ਧਰੋ। ਔਰ ਇਸ ਤਰ੍ਹਾਂ ਦੇ ਨਾਲ ਹੋਏ ਤੀਰ ਕਿਧੋਂ ਕਰ ਮਾਹੇ ਧਰੋਂ। ਨੇੜੇ ਹੋ ਕੇ ਜਾਂ ਫਿਰ ਮੈਂ ਇਹਨਾਂ ਤੇ ਵਾਰ ਕਰਕੇ ਮਾਰ ਦੇਵਾਂਗਾ ਤੇ ਜਾਂ ਕਲਾਵਾ ਭਰ ਕੇ ਤੇ ਚੁੱਕ ਕੇ ਲੈ ਜਾਵਾਂਗਾ। ਬਸ ਕੋ ਕਰ ਲੈ ਨਿਜ ਮੈਂ ਸੈਨ ਬਰੋਂ। ਮੈਂ ਆਪਣੇ ਕਾਬੂ ਕਰਕੇ ਇਹਨਾਂ ਨੂੰ ਤੇ ਆਪਣੀ ਸੈਨਾ ਵਿੱਚ ਚਲਾ ਜਾਵਾਂਗਾ ਦੌੜ ਕੇ। ਨਾ ਮੇਰੇ ਜਿੰਨਾ ਬਲੀ ਕੋਈ, ਨਾ ਮੇਰੇ ਜਿੰਨਾ ਕੋਈ ਭਾਰ ਚੁੱਕ ਸਕੇ, ਨਾ ਮੇਰੇ ਜਿੰਨਾ ਕੋਈ ਦੌੜ ਸਕੇ। ਮੈਂ ਇਹਨਾਂ ਸਿੱਖਾਂ ਨੂੰ ਲਾਗੇ ਕਿੱਥੇ ਆਉਣ ਦੇਣਾ। ਮੈਂ ਦੌੜ ਕੇ ਆਪਣੀ ਸੈਨਾ ਜਾ ਵੜਨਾ ਹੈ। ਚਿਰ ਕਾਲੀ ਹਾਂ ਅਬ ਮੈਂ ਨਥਿਰੋਂ। ਹੁਣ ਮੈਂ ਜ਼ਿਆਦਾ ਸਮਾਂ ਇੱਥੇ ਨਹੀਂ ਰਹਿਣਾ। ਝਟਪਟ ਗੁਰੂ ਨੂੰ ਮੈਂ ਬਹੁਤ ਸਿਆਣਾ ਸਮਝਦਾ ਸੀ, ਪਰ ਇਹਨਾਂ ਨੂੰ ਮੇਰੇ ਬਲ ਦਾ ਅੰਦਾਜ਼ਾ ਨਹੀਂ ਹੈਗਾ। ਮੈਨੂੰ ਕਹਿ ਦਿੱਤਾ ਵਾਰ ਕਰ ਲੈ। ਮੇਰੇ ਵਾਰ ਤੋਂ ਬਚ ਕੌਣ ਸਕਦਾ ਹੈ। ਮੈਨੂੰ ਦਾਵਤ ਦੇ ਦਿੱਤੀ ਵਾਰ ਕਰਨ ਦੀ। ਬਸ ਹੁਣ ਮੈਂ ਜ਼ਿਆਦਾ ਸਮਾਂ ਜ਼ਾਇਆ ਨਹੀਂ ਕਰਨਾ ਤੇ ਫੜ ਕੇ ਲੈ ਜਾਣਾ ਹੈ। ਸਭ ਸੈਨ ਰਹੇ ਰੁਕ ਮੂਰਨ ਕੀ ਗੁਰ ਮੂਰਨ ਕੀ। ਔਰ ਇਸ ਤਰ੍ਹਾਂ ਦੇ ਨਾਲ ਸਭ ਸੈਨ ਰਹੀ ਗੁਰ ਸੂਰਨ ਕੀ। ਆ ਜਿਹੜੀ ਗੁਰੂ ਦੇ ਸੂਰਮੇ ਸੈਨਿਕ ਨੇ, ਇਹਨਾਂ ਨੂੰ ਮੈਂ ਕੀ ਸਮਝਦਾ। ਇਹ ਤਾਂ ਦੌੜ ਕੇ ਵੀ ਮੈਨੂੰ ਨਹੀਂ ਫੜ ਸਕਦੇ। ਸਭ ਕਾਜ ਬਣਾਇ ਅਬ ਤੂਰਨ ਕੀ। ਹੁਣ ਜਿਹੜਾ ਜਲਦੀ ਸਾਰਾ ਕਾਰਜ ਜਿਹੜਾ ਨਾ ਉਹ ਬਣ ਜਾਵੇਗਾ। ਹਾਂਜੀ, ਸ਼ੁਭ ਕਾਜ ਬਣੇ, ਸੁਭ ਕਾਜ ਬਣੈ ਸੁਭ ਕਾਜ ਬਣੈ ਅਬ ਤੂਰਨ ਕੀ। ਹੁਣ ਝਟਪਟ ਤੂਰਨ ਤੇ ਸਾਰਾ ਤੁਰੰਤ ਹੀ ਇਹ ਸ਼ੁਭ ਕੰਮ ਮੈਂ ਕਰ ਲੈਣਾ। ਗੁਰੂ ਸਾਹਿਬ ਨੂੰ ਫੜ ਕੇ ਦੌੜ ਕੇ ਲੈ ਜਾਣਾ ਹੈ। ਊਪਰ ਮੂੰਹ ਬਲ ਲਾਗ ਨਹੀਂ। ਜੇ ਮੈਂ ਘੋੜੇ ਤੇ ਰਿਹਾ ਤੇ ਮੈਂ ਪੂਰੇ ਬਲ ਨਾਲ ਖੰਡਾ ਨਹੀਂ ਚਲਾ ਸਕਾਂਗਾ। ਮਿਲ ਦੋਏ ਤੁਰੰਗ ਲਗੰਤ ਸਹੀ। ਔਰ ਇਸ ਤਰ੍ਹਾਂ ਦੇ ਨਾਲ ਦੋਵੇਂ ਘੋੜੇ ਤੇ ਸਹੀ ਲੜਿਆ ਜਾਣਾ ਔਖਾ ਹੈ। ਚਿਤ ਵਿੱਚ ਵਿਚਾਰ ਸਿਤਾਵ ਕਰੀ। ਇਸ ਤਰ੍ਹਾਂ ਝਟਪਟ ਆਪਣੇ ਚਿੱਤ ਚੋਂ ਨੇ ਫੈਸਲਾ ਕੀਤਾ। ਬਲਵਾਨ ਤਜਿਓ ਹੈ ਤਾਹੀਂ ਘਰੀ। ਬਲਵਾਨ ਘੋੜਾ ਬਰੋਲਾ ਜੋ ਮਹਾਰਾਜ ਨੇ ਬਖਸ਼ਿਆ ਹੋਇਆ ਸੀ। ਮੈਂ ਫਿਰ ਗੁਜ਼ਾਰਿਸ਼ ਕਰਨਾ ਚਾਹੁੰਦਾ ਬਈ ਲੱਗਦਾ ਇਸ ਮਹਾਰਾਜ ਜੀ ਦੇ ਘੋੜੇ ਨੇ ਵੀ ਅਰਦਾਸ ਕੀਤੀ ਹੋਣੀ ਵੀ ਸੱਚੇ ਪਾਤਸ਼ਾਹ ਇਹਨੂੰ ਪਾਪ ਦੀ ਪੰਡ ਨੂੰ ਮੇਰੀ ਪਿੱਠ ਤੋਂ ਪਰਾਂ ਕਰਕੇ ਮਾਰੋ। ਮੇਰੇ ਕੋਲੋਂ
ਇਹ ਪਾਪ ਦੀ ਪੰਡ ਨਹੀਂ ਚੁੱਕੀ ਜਾਂਦੀ। ਮੈਂ ਤੁਹਾਡਾ ਹਾਂ, ਲੱਗਦਾ ਅਰਦਾਸਾਂ ਕਰ ਰਿਹਾ, ਇਹਦੀਆਂ ਸੁਣੀਆਂ ਗਈਆਂ ਨੇ, ਤੇ ਬਲਵਾਨ ਘੋੜੇ ਤੋਂ ਪੈਂਦੇ ਖਾਨ ਥੱਲੇ ਉਤਰ ਕੇ ਤੇ ਜੰਗ ਦੇ ਕਰਤੱਬ ਜਿਹੜੇ ਨੇ ਉਹ ਦਿਖਾਉਣ ਲੱਗ ਪਿਆ, ਚੁੰਗੀਆਂ ਮਾਰਨ ਲੱਗ ਪਿਆ। ਬਲ ਤੇ ਪਕੜਿਓ ਖੱਗ ਬਾਰ ਕਰਿਓ। ਬੜੇ ਬਲ ਨਾਲ ਤਕੜਾ ਜਿਹੜਾ ਸੀ ਖੰਡੇ ਦਾ ਦਸਤਾ ਉਹ ਪਕੜਿਆ, ਮੁੱਠਾ ਪਕੜਿਆ ਤੇ ਭਾਰੀ ਵਾਰ ਕੀਤਾ ਹੈ। ਹੱਥ ਉਭਾਰਤ ਨੇਰ ਧਰਿਓ। ਆਪਣਾ ਹੱਥ ਉੱਚਾ ਕਰਕੇ ਮਹਾਰਾਜ ਜੀ ਦੇ ਨੇੜੇ ਹੋ ਕੇ ਵਾਰ ਕਰਨਾ ਚਾਹ ਰਿਹਾ ਹੈ। ਗੁਰਪੀ ਨੂੰ ਰੋਤਕ ਮਾਰਤ ਭਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਾਤੀ ਵਿੱਚ ਇਹ ਖੰਡੇ ਦਾ ਵਾਰ ਕਰਨਾ ਚਾਹੁੰਦਾ, ਬਈ ਸਿਰ ਤੇ ਗਰਦਨ ਤੇ ਨਾ ਕਰਾਂ, ਸਾਹਮਣੇ ਛਾਤੀ ਵਿੱਚ ਖੰਡਾ ਮਾਰਾਂ ਤੇ ਦੋ ਹਿੱਸਿਆਂ ਵਿੱਚ ਸਰੀਰ ਕਰ ਦੇਵਾਂ। ਇੱਕ ਹੋਏ ਸੋ ਬਾਹੋਂ ਪਸਾਰਤ ਭਾ। ਲਾਗੇ ਹੋ ਕੇ ਬਾਹਾਂ ਉਲਾਰ ਕੇ, ਜਿਵੇਂ ਜੰਗ ਵਿੱਚ ਸੂਰਮੇ ਵਾਰ ਕਰਦੇ ਹਨ, ਇਸ ਤਰ੍ਹਾਂ ਉੱਚੀਆਂ ਬਾਹਾਂ ਕਰਕੇ ਉੱਚੇ ਮੋਹਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਵਾਰ ਕਰਨਾ ਚਾਹ ਰਿਹਾ ਹੈ। ਹਰਗੋਬਿੰਦ ਦੇਖਤ ਧੀਰ ਤਰੀ। ਤੇ ਧੀਰਜ ਦੇ ਮਹਾਨ ਸਾਗਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇਖਦੇ ਪਏ ਨੇ, ਤੇ ਗੁੱਸੇ ਵਿੱਚ ਨਹੀਂ ਹੈਗੇ, ਬੜੀ ਧੀਰਜ ਵਿੱਚ, ਤੇ ਮੁਸਕਰਾ ਰਹੇ ਹਨ। ਪਗ ਸਾਥ ਸਿਤਾਵ ਰਕਾਬ ਕਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਝਟਪਟ ਆਪਣਾ ਚਰਨ ਉਹਨਾਂ ਦਾ ਰਕਾਬ ਵਿੱਚ ਸੀ, ਅੱਗੇ ਕਰ ਦਿੱਤਾ, ਤੇ ਰਕਾਬ 10 ਕਿਲੋ ਭਾਰੀ ਸੀ, ਵੱਡੀ ਮਜ਼ਬੂਤ ਰਕਾਬ ਸੀ। ਇਹਦਾ ਮਤਲਬ ਹੈ ਆਮ ਘੋੜੇ ਨੂੰ ਚੱਲਣ ਲੱਗਿਆਂ ਰਕਾਬ ਸਵਾਰ ਹੋਰ ਪਾਉਂਦੇ ਨੇ, ਜੰਗ ਵੇਲੇ ਹੋਰ ਪਾਉਂਦੇ, ਤਾਂ ਕਿ ਜਿਹੜਾ ਪੈਰ ਹੈ ਉਹਦੀ ਪੂਰੀ ਸੇਫਟੀ ਰਹੇ, ਭਾਰੀ ਤੇ ਮਜ਼ਬੂਤ ਰਕਾਬ ਹੁੰਦੀ, ਟੁੱਟ ਨਾ ਜਾਵੇ। ਜੰਗੀ ਘੋੜੇ ਵੀ ਟ੍ਰੇਨ ਹੁੰਦੇ ਨੇ, ਜੰਗੀ ਬਸਤਰ ਵੀ ਹੋਰ ਹੁੰਦੇ, ਜਿਵੇਂ ਸੰਜੋ ਆਦਿਕ ਹੈ, ਜੰਗੀ ਸ਼ਸਤਰ ਵੀ ਹੋਰ ਹੁੰਦੇ ਨੇ। ਇਸ ਤਰ੍ਹਾਂ ਲੱਗਦਾ ਹੈ ਵੀ ਘੋੜੇ ਦੀ ਰਕਾਬ ਵੀ ਜੰਗ ਦੇ ਹਿਸਾਬ ਨਾਲ ਗਿਲਟ ਦੀ ਬਣੀ ਹੋਈ ਮਜ਼ਬੂਤ ਰਕਾਬ। ਜਦ ਇਸਨੇ ਖੰਡਾ ਮਾਰਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਰਕਾਬ ਝਟਪਟ ਅੱਗੇ ਕਰ ਦਿੱਤੀ। ਦਹ ਸੇਰ ਸਤੋਲ ਪਿਖੇ ਜੁਗਤੇ। ਉਹ ਜਿਹੜੀਆਂ ਮਹਾਰਾਜ ਜੀ ਦੇ ਘੋੜੇ ਦੀਆਂ ਰਕਾਬਾਂ ਨੇ ਦੋਵੇਂ 10-10 ਕਿਲੋ ਦੀਆਂ ਹਨ। ਬਲ ਦੀ ਰਗ ਸੰਗ ਤਹਾਂ ਲਗਤੇ। ਬੜੇ ਵੱਡੇ ਬਲ ਨਾਲ ਉਹ ਜਿਹੜਾ ਖੰਡਾ ਹੈ ਰਕਾਬ ਨਾਲ ਲੱਗਿਆ ਹੈ। ਦੋਹਰਾ ਹੁਤੀ ਭਰਤ ਕੀ ਪੀਨ ਬੜ ਖੜਗ ਲਗਿਓ ਤੇ ਸੰਗ। ਭਰਤ ਦੀ ਬਣੀ ਹੋਈ ਬੜੀ ਮਜ਼ਬੂਤ ਸੀ, ਤੇ ਪੈਂਡੇ ਖਾਨ ਦਾ ਖੜਗ ਉਸ ਰਕਾਬ ਤੇ ਲੱਗਿਆ, ਕੜਕ ਕਰਦਾ ਹੋਇਆ। ਸਰਿਓ ਨ ਕਾਰਜ ਕੁਛ ਤਵੈ ਨਿਫਲਿਓ ਬਾਰ ਕੁਟੰਗ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਰਕਾਬ ਇਹਦੇ ਕੋਲੋਂ ਨਾ ਕੱਟੀ ਗਈ ਤੇ ਵਾਰ ਖਾਲੀ ਚਲਾ ਗਿਆ। ਇਹਦਾ ਮਤਲਬ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਇਹਦਾ ਸਾਰਾ ਬਲ ਆਪਣੇ ਚਰਨ ਨਾਲ ਹੀ ਰੋਕ ਦਿੱਤਾ, ਵੀ ਤੂੰ ਸਾਡੇ ਸਿਰ ਤੱਕ ਕੀ ਪਹੁੰਚਣਾ ਹੈ, ਤੂੰ ਤਾਂ ਸਾਡੇ ਚਰਨ ਦੀ ਮਾਰ ਵੀ ਨਹੀਂ ਹੈਗਾ। ਮਹਾਰਾਜ ਜੀ ਦੇ ਬਲ ਨੂੰ ਨਮਸਕਾਰ ਕਰਦਿਆਂ ਹੋਇਆਂ ਜੈਕਾਰਾ ਬੁਲਾਇਆ, ਪਰ ਮੇਰਾ ਮਨ ਕਰਦਾ ਵੀ ਸਾਰੇ ਮਿਲ ਕੇ ਮਹਾਰਾਜ ਜੀ ਦੇ ਚਰਨਾਂ ਦੇ ਬਲ ਨੂੰ ਨਮਸਕਾਰ ਕਰਦੇ ਹੋਏ ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਓ। ਪਾਧੜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰਕਾਬ ਅੱਗੇ ਕੀਤੀ ਤੇ ਇਹਦਾ ਵਾਰ ਖਾਲੀ ਚਲਾ ਗਿਆ, ਕੱਖ ਨਾ ਬਣਿਆ। ਨਾ ਮਹਾਰਾਜ ਦੇ ਪੈਰ ਚਰਨ ਦੇ ਨਖੂਨ ਨੂੰ ਵੀ ਨਾ ਕੱਟ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਫਿਰ ਮੁਸਕਰਾਉਂਦੇ ਰਹੇ ਤੇ ਇਹ ਤੜਪਦਾ ਰਿਹਾ, ਇਹ ਹੋਰ ਸੜਦਾ ਰਿਹਾ, ਕਿਉਂਕਿ ਜੇ ਕਿਸੇ ਤੇ ਹਮਲਾ ਕਰੋ ਨਾ ਤੇ ਅਗਲਾ ਬਚ ਜਾਏ ਤੇ ਫਿਰ ਹਮਲਾ ਕਰਨ ਵਾਲੇ ਦਾ ਦਿਲ ਬੜਾ ਸੜਦਾ ਹੈ, ਵੀ ਹਾਏ ਮੈਂ ਪੂਰਾ ਜ਼ੋਰ ਲਾ ਛੱਡਿਆ, ਇਹਦਾ ਵਾਲ ਵਿੰਗਾ ਨਹੀਂ ਹੋਇਆ। ਬੜੀ ਆਤਮਕ ਗਿਲਾਨੀ ਨਾਲ ਭਰ ਜਾਂਦਾ।
ਮਾਨਸਿਕ ਕਲੇਸ਼ ਨਾਲ ਭਰ ਜਾਂਦਾ ਹੈ। ਰੋਮ ਰੋਮ ਤੜਪ ਰਿਹਾ ਵੀ ਆਹ ਕੀ ਬਣਿਆ, ਮੇਰਾ ਵਾਰ ਖਾਲੀ ਚਲਾ ਗਿਆ। ਉਹ ਵੀ ਮਹਾਰਾਜ ਨੇ ਢਾਲ ਨਾਲ ਨਹੀਂ ਰੋਕਿਆ, ਖੰਡਾ ਨਹੀਂ ਅੱਗੇ ਕੀਤਾ, ਪੈਰ ਹੀ ਅੱਗੇ ਕਰ ਦਿੱਤਾ। ਮੈਨੂੰ ਤਾਂ ਪੈਰਾਂ ਵਿੱਚ ਰੋਲ ਦਿੱਤਾ, ਮੇਰਾ ਬਲ ਕਿੱਧਰ ਗਿਆ। ਇਸ ਤਰ੍ਹਾਂ ਪਰੇਸ਼ਾਨ ਹੋ ਰਿਹਾ, ਤੜਪ ਰਿਹਾ ਹੈ। ਉਨ ਪੈਂਦ ਖਾਨ ਕੁਪ ਕੈ ਪ੍ਰਚੰਡ। ਫਿਰ ਇਸ ਤਰ੍ਹਾਂ ਦੁਬਾਰੇ ਬੜਾ ਕ੍ਰੋਧਿਤ ਹੋ ਕੇ ਪੈਂਦੇ ਖਾਨ ਨੇ ਖੰਡਾ ਉਭਾਰ ਬਲ ਬਾਹੂ ਦੰਡ। ਫੇਰ ਖੰਡਾ ਉੱਚਾ ਕੀਤਾ ਤੇ ਬਾਹ ਉਭਾਰੀ, ਫੇਰ ਮਾਰਨ ਵਾਸਤੇ। ਲੱਗਦਾ ਮਹਾਰਾਜ ਨੇ ਮੁਸਕਰਾ ਕੇ ਤੇ ਕਹਿ ਦਿੱਤਾ। ਤਾਂ ਹੀ ਮੋਹਸਨ ਫਾਨੀ ਵਰਗੇ ਸਮਕਾਲੀ ਜਿਹੜੇ ਲੇਖਕ ਨੇ ਉਹ ਲਿਖਦੇ ਨੇ, ਕਹਿੰਦੇ ਨੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਇੰਜ ਲੱਗਦਾ ਹੀ ਨਹੀਂ ਸੀ ਬਈ ਗੁਰੂ ਹਰਗੋਬਿੰਦ ਸਾਹਿਬ ਮੈਦਾਨੇ ਜੰਗ ਵਿੱਚ ਖੜੇ ਨੇ, ਇੰਜ ਲੱਗਦਾ ਹੀ ਨਹੀਂ ਸੀ। ਬਲਕਿ ਇੰਜ ਲੱਗ ਰਿਹਾ ਸੀ ਜਿਵੇਂ ਆਮ ਅਖਾੜੇ ਵਿੱਚ ਕੋਈ ਮਹਾਨ ਉਸਤਾਦ ਆਪਣੇ ਵਿਦਿਆਰਥੀਆਂ ਨੂੰ ਜੰਗ ਕਰਨ ਦਾ ਢੰਗ ਸਿਖਾ ਰਿਹਾ ਹੋਵੇ, ਇੰਜ ਲੱਗਦਾ ਸੀ। ਕੋਈ ਕ੍ਰੋਧ ਨਹੀਂ ਸੀ, ਕੋਈ ਵੈਰ ਨਹੀਂ ਸੀ, ਕਿਉਂਕਿ ਜੋ ਹਿਰਦੇ 'ਚ ਹੁੰਦਾ ਉਹ ਅੱਖਾਂ ਰਾਹੀਂ ਵੀ ਪ੍ਰਗਟ ਹੋਣ ਲੱਗ ਪੈਂਦਾ, ਜ਼ਬਾਨ ਰਾਹੀਂ। ਦੁਨੀਆ ਦੇ 5000 ਸਾਲ ਦੇ ਇਤਿਹਾਸ ਨੂੰ ਪੜ੍ਹੋ, 15,000 ਭਿਆਨਕ ਯੁੱਧ ਹੋਏ ਨੇ, ਪਰ ਸੂਰਮਿਆਂ ਦੀ ਜ਼ਬਾਨ ਤੇ ਗਾਲਾਂ ਸਨ, ਅੱਖਾਂ ਵਿੱਚ ਲਾਲੀਆਂ ਕ੍ਰੋਧ ਸੀ ਤੇ ਹੱਥਾਂ ਵਿੱਚ ਮਾਰੂ ਸ਼ਸਤਰ ਸਨ। ਇੱਕ ਦੂਜੇ ਨੂੰ ਮਾਰਨਾ ਉਹਨਾਂ ਦੇ ਮਨ ਵਿੱਚ ਸੀ। ਦੁਨੀਆ ਦਾ ਇਹ ਪਹਿਲਾ ਦਲ ਪੰਜਨ ਗੁਰੂ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ, ਜਿਨ੍ਹਾਂ ਨੇ 4 ਵੱਡੇ ਜੰਗ ਜਿੱਤੇ, ਪਰ ਕਿਸੇ ਜੰਗ ਵਿੱਚ ਉਹਨਾਂ ਦੇ ਮਸਤਕ ਤੇ ਕੋਈ ਤਿਉੜੀ ਨਹੀਂ ਦੇਖੀ ਗਈ, ਉਹਨਾਂ ਦੇ ਨੇਤਰਾਂ 'ਚ ਕ੍ਰੋਧ ਨਹੀਂ ਦੇਖਾ ਗਿਆ, ਉਹਨਾਂ ਦੀ ਰਸਨਾ ਤੇ ਕੌੜੇ ਬੋਲ ਨਹੀਂ ਦੇਖੇ ਗਏ। ਬਲਕਿ ਇਸ ਤਰ੍ਹਾਂ ਪੇਸ਼ ਆ ਰਹੇ ਨੇ ਜਿਵੇਂ ਕੋਈ ਮਾਂ ਉਸਤਾਦ ਆਪਣੇ ਅੱਜ ਬਣੇ ਚੇਲਿਆਂ ਨੂੰ ਸਿਖਾ ਰਿਹਾ ਹੋਵੇ ਬਈ ਸ਼ਸਤਰ ਇੰਜ ਪਕੜੀਦਾ ਹੈ। ਵੈਸੇ ਤਾਂ ਕਈ ਕਿਰਪਾਨ ਲੈ ਕੇ ਮੇਰੇ ਵਰਗੇ ਘੁੰਮਦੇ ਨੇ, ਪਰ ਚਲਾਉਣੀ ਨਹੀਂ ਆਉਂਦੀ, ਅਗਲਾ ਹੀ ਖੋ ਕੇ ਲੈ ਜਾਂਦਾ। ਜੇ ਸ਼ਸਤਰ ਮਹਾਰਾਜ ਨੇ ਬਖਸ਼ਿਆ ਹੈ ਤੇ ਸਨਮਾਨ ਹੈ, ਸੱਤਾ ਹੈ, ਗੁਰੂ ਪਾਤਸ਼ਾਹ ਜੀ ਦੀ ਸਿਫਤ ਨਾਲ ਭਰਿਆ ਹੋਇਆ, ਤੇ ਸ਼ੁਕਰਾਨਾ ਕਰਦਿਆਂ ਸ਼ਸਤਰ ਚਲਾਉਣਾ ਸਿੱਖਣਾ ਵੀ ਚਾਹੀਦਾ। ਇਹ ਸਨ 84 ਵਿੱਚ ਸਾਡੇ ਕਿਤਨੇ ਹੀ ਲੋਕ ਉਪਦਰਵੀਆਂ ਦੇ ਹੱਥੋਂ ਮਾਰੇ ਗਏ, ਗਲਾਂ 'ਚ ਟਾਇਰ ਪਾ ਦਿੱਤੇ ਗਏ। ਦਿੱਲੀ ਦੀਆਂ, ਕਾਨਪੁਰ, ਬੋਕਾਰੋ ਦੀਆਂ ਸੜਕਾਂ ਤੇ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ, ਤੇ ਕਾਰਨ ਇਹ ਵੀ ਸੀ ਵੀ ਕਿਸੇ ਕੋਲ ਅੰਦਰੋਂ ਕਿਰਪਾਨ ਵੀ ਨਹੀਂ ਨਿਕਲੀ 3.5 ਫੁੱਟ ਦੀ, ਤੇ ਜੇ ਕਿਸੇ ਕੋਲ ਨਿਕਲੀ ਉਹਨੂੰ ਚਲਾਉਣੀ ਨਹੀਂ ਆਉਂਦੀ ਸੀ, ਵੀ ਚਲਾਈ ਦੀ ਕਿਵੇਂ। ਪੁਰਾਣੇ ਸਮੇਂ ਗੁਰਸਿੱਖ ਬਕਾਇਦਾ ਸ਼ਸਤਰ ਵਿਦਿਆ ਸਿੱਖਦੇ ਸਨ, ਇਹ ਜ਼ਰੂਰੀ। ਜੇ ਨਹੀਂ ਸਿੱਖੀ ਤਾਂ ਫਿਰ ਕਿਸ ਕੰਮ ਆਵੇਗੀ। ਮਹਾਰਾਜ ਸੱਚੇ ਪਾਤਸ਼ਾਹ ਇੰਝ ਲੱਗਦਾ ਹੈ ਬਈ ਸ਼ਸਤਰ ਚਲਾਉਣਾ ਸਿਖਾ ਰਹੇ। ਸਤਿਗੁਰੂ ਜੀ ਦੇ ਸਮਕਾਲੀ ਵਿਦਵਾਨਾਂ ਨੇ ਇਹ ਲਿਖਿਆ ਵੀ ਲੱਗਦਾ ਹੀ ਨਹੀਂ ਕਿ ਜੰਗ ਵਿੱਚ ਆਏ ਹੋਏ, ਇੰਝ ਲੱਗਦਾ ਜਿਵੇਂ ਬੜੀ ਮੌਜ ਮਸਤੀ ਵਿੱਚ ਘੁੰਮਦੇ ਪਏ ਨੇ ਤੇ ਪੈਂਦੇ ਖਾਨ ਨੂੰ ਜਿਵੇਂ ਸਿਖਾ ਰਹੇ ਹੋਵਣ। ਚਿਤ ਚਹਿ ਪ੍ਰਹਾਰ ਪ੍ਰਭ ਕੋ ਸੋ ਅੰਗ। ਪਰ ਸਾੜੇ ਨਾਲ ਭਰਿਆ ਹੋਇਆ, ਹਉਮੈ ਨਾਲ ਭਰਿਆ ਹੋਇਆ, ਅਗਿਆਨਤਾ ਨਾਲ ਭਰਿਆ ਹੋਇਆ, ਗੁਨਾਹਾਂ ਨਾਲ ਭਰਿਆ ਹੋਇਆ ਹਿਰਦਾ ਰੱਖਣ ਵਾਲਾ ਪੈਂਦੇ ਖਾਨ ਸੋਚਦਾ ਵੀ ਇੱਕ ਵਾਰ ਹੋਰ ਕਰ ਲੈਂਦਾ। ਮਹਾਰਾਜ ਸਾਹਿਬ ਫਿਰ ਤੱਕ ਕੇ ਮੁਸਕਰਾਏ, ਆਖਿਆ ਚੱਲ ਹੋਰ ਕਰ ਲੈ ਵਾਰ, ਅਗਲਾ ਤੇਰਾ ਖਾਲੀ ਗਿਆ, ਮਤਾ ਅਗਲਾ ਵਾਰ ਤੇਰਾ ਸਫਲ ਹੋ ਜਾਏ ਤੇ ਤੇਰੇ ਮਨ ਵਿੱਚ ਕੋਈ ਵਹਿਮ ਨਾ ਰਹਿ ਜਾਏ। ਸ੍ਰੀ ਹਰਗੋਬਿੰਦ ਅਤਿ ਸਿਗ੍ਰ ਕਾਰ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ
ਤੁਰਤ ਫੁਰਤ ਤਾਲਾ ਬਿਲੰਦ ਕਰ ਲੀਨ ਧਾਰ। ਵੱਡਾ ਜਿਹੜਾ ਢਾਲਾ ਸੀ ਨਾ ਮਹਾਰਾਜ ਦੇ ਕੋਲ, ਇੱਕ ਢਾਲ ਹੁੰਦੀ, ਇੱਕ ਵੱਡਾ ਢਾਲਾ ਹੁੰਦਾ, ਉਹ ਆਪਣੇ ਦਸਤੇ ਮੁਬਾਰਕ ਵਿੱਚ ਪਕੜ ਲਿਆ, ਉਧਰੋਂ ਵਾਰ ਕਰਦਾ ਪਿਆ। ਪਰ ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬਾਕੀ ਸਾਰਾ ਜੰਗ ਦਾ ਦ੍ਰਿਸ਼, ਇਸਨੇ ਕਿਵੇਂ ਕਿਵੇਂ ਵਾਰ ਕੀਤੇ, ਕਿਵੇਂ ਕਿਵੇਂ ਇਹਦੇ ਵਾਰ ਖਾਲੀ ਗਏ, ਤੇ ਫਿਰ ਗੁਰੂ ਸਾਹਿਬ ਜੀ ਦੇ ਵਾਰ ਨਾਲ ਇਹਦਾ ਕੀ ਹਾਲ ਹੋਇਆ, ਤੇ ਆਖਰੀ ਬਚਨ ਕੀ ਹੋਏ, ਇਹ ਸਾਰਾ ਕੱਲ੍ਹ ਆਪ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਫਤਿਹ ਦੀ ਦਾਤ ਝੋਲੀ 'ਚ ਪਵਾਉਣੀ ਹੈ। ਉਸ ਤੋਂ ਪੇਸ਼ਤਰ 2 ਮਿੰਟ ਮਹਾਮੰਤਰ ਗੁਰਮੰਤਰ ਦੇ ਜਾਪ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਂ ਰਾ ਯਾਰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨ ਕਮਲਾਂ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ। ਆਪ ਜੀ ਨੇ ਮਿਹਰਾਂ ਨਾਲ ਨਿਵਾਜ਼ਦਿਆਂ ਹੋਇਆਂ ਆਪਣੇ ਘਰ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਬਖਸ਼ੇ ਹਨ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਅਰਦਾਸਾਂ ਦਰ ਪ੍ਰਵਾਨ ਕਰੋ, ਦਰੋਂ ਕਰੋ। ਮਹਾਨ ਬਰਕਤਾਂ ਨਾਲ ਝੋਲੀਆਂ ਭਰ ਕੇ ਨਿਵਾਜੋ। ਜੋ ਜੀ ਆਪ ਜੀ ਕੇ ਘਰ ਆਵੇ ਸੋ ਰਾਜੀ ਜਾਵੇ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਫਤਿਹ।